ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਛਤਰ ਛਾਇਆ ਹੇਠ ਅਤਿਅੰਤ ਸ਼ਰਧਾ ਅਤੇ ਪ੍ਰੇਮ ਦੇ ਵਿੱਚ ਜੁੜ ਬੈਠੇ ਹੋ। ਇਹ ਭਾਗਾਂ ਵਾਲਾ ਸਮਾਂ ਗੁਰੂ ਪਾਤਸ਼ਾਹ ਜੀ ਨੇ ਆਪ ਬਖਸ਼ਿਸ਼ ਕੀਤਾ ਹੈ। ਆਓ ਇਸ ਸਮੇਂ ਨੂੰ ਸਫਲਾ ਬਣਾਈਏ ਸਤ ਸੰਗਤ ਦੇ ਲੇਖੇ ਲਾ ਕੇ। ਨੇਤਾ ਪ੍ਰਤੀ ਆਪ ਜੀ ਸਤਿਗੁਰਾਂ ਦੀ ਪਾਵਨ ਲੜੀਵਾਰ ਕਥਾ ਨੂੰ ਸਰਵਣ ਕਰਦੇ ਆ ਰਹੇ ਹੋ। ਕੱਲ ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ। ਦੀਨ ਦੁਨੀ ਦੇ ਮਾਲਕ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਿਉਂ ਹੀ ਘਰ ਛੱਡ ਕੇ ਧਰਤੀ ਦਾ ਰਟਨ ਕਰਨ ਵਾਸਤੇ ਤਿਆਰ ਹੋਏ, ਭਾਈ ਬਾਲਾ ਤੇ ਮਰਦਾਨਾ ਜੀ ਨੂੰ ਸਤਿਗੁਰਾਂ ਨੇ ਨਾਲ ਚੱਲਣ ਦਾ ਹੁਕਮ ਕੀਤਾ ਹੈ। ਇਹ ਗੱਲ ਜਦੋਂ ਸਤਿਗੁਰਾਂ ਦੇ ਮਾਤਾ ਪਿਤਾ ਨੂੰ ਪਤਾ ਲੱਗੀ, ਕਾਲਜੇ ਵਿੱਚ ਛੇਕ ਪੈ ਗਿਆ। ਬੜੇ ਦੁਖੀ ਹਿਰਦੇ ਨਾਲ ਰਾਏ ਬੁਲਾਰ ਸਾਹਿਬ ਕੋਲ ਆਏ ਨੇ। ਰੋ ਕੇ ਆਖਣ ਲੱਗੇ, ਰਾਜਨ ਅਸੀਂ ਕੁਛ ਵੀ ਨਹੀਂ ਮੰਗਦੇ, ਕਿਰਪਾ ਕਰੋ ਸਾਡਾ ਪੁੱਤ ਘਰ ਵਿੱਚ ਰਹਿ ਜੇ ਇਹ ਦੇਸ਼ ਵਿਦੇਸ਼ ਗਿਆ ਇਹਨੇ ਕਦ ਮੁੜ ਵੀ ਨਹੀਂ ਆਉਣਾ। ਰਾਏ ਬੁਲਾਰ ਸਾਹਿਬ ਜੀਆਂ ਨੇ ਆਪਣਾ ਸੇਵਕ ਭੇਜਿਆ, ਸਤਿਗੁਰਾਂ ਨੂੰ ਕੋਲ ਬਿਠਾ ਕੇ ਬੜੇ ਅਦਬ ਨਾਲ ਆਖਣ ਲੱਗੇ, ਮਹਾਰਾਜ ਆਪ ਜੀ ਦੇ ਮਾਤਾ ਪਿਤਾ ਦੀ ਐਸੀ ਹਾਲਤ ਹੋਵੇ ਮੈਥੋਂ ਬਰਦਾਸ਼ਤ ਨਹੀਂ ਹੁੰਦੀ। ਜਾਂ ਤੇ ਇਹਨਾਂ ਨੂੰ ਵੀ ਗਿਆਨ ਬਖਸ਼ ਦਿਓ, ਮੋਹ ਕੱਟ ਦਿਓ। ਜੇ ਆਪ ਜੀ ਮੋਹ ਦਾ ਪਰਦਾ ਨਹੀਂ ਕੱਟਣਾ ਚਾਹੁੰਦੇ ਫਿਰ ਇਹਨਾਂ ਦੀਆਂ ਨਜ਼ਰਾਂ ਦੇ ਸਾਵੇ ਰਹੋ, ਇਹਨਾਂ ਦੇ ਪਾਸ ਰਹੋ। ਜਦ ਜਦ ਇਹ ਮੇਰੀ ਸਭਾ ਵਿੱਚ ਆ ਕੇ ਅਥਰੂ ਕੇਰਦੇ ਨੇ ਮੈਨੂੰ ਡਾਢਾ ਦੁੱਖ ਹੁੰਦਾ ਹੈ। ਇਹਨਾਂ ਸਾਰੇ ਪ੍ਰਸੰਗਾਂ ਨੂੰ ਆਪ ਜੀ ਨੇ ਬੜੇ ਵਿਸਥਾਰ ਸਹਿਤ ਸਰਵਣ ਕੀਤਾ। ਆਓ ਕੁਝ ਸਮਾਂ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਚਿੱਤ ਬਣਾਈਏ। ਪ੍ਰੇਮ ਦੀ ਪਾਓ ਸਾਂਝ, ਗੱਜ ਵੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਏ ਭਨੈ ਮੁਖ ਜੋ ਅਰਬਿੰਦ, ਨਦੇਸ਼ ਬਣੀ ਮਕਰੰਦ ਤੁਮਾਰੀ। ਜਿਸ ਵੇਲੇ ਰਾਏ ਬੁਲਾਰ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਕੀਤੀ, ਪਾਤਸ਼ਾਹ ਇਹ ਨਿਤ ਨਿਤ ਦਾ ਦੁੱਖ ਤੇ ਰੋਣਾ ਮੈਥੋਂ ਵੀ ਝੱਲਿਆ ਨਹੀਂ ਜਾਂਦਾ, ਕਿਰਪਾ ਕਰੋ ਮੋਹ ਦੀ ਚਾਦਰ ਉਤਾਰ ਦਿਓ ਤਾਂ ਜੋ ਆਪ ਜੀ ਦੇ ਮਾਤਾ ਪਿਤਾ ਵੀ ਉਸ ਗਿਆਨ ਦੇ ਤਲ ਤੇ ਜਾ ਕੇ ਆਪ ਜੀ ਨੂੰ ਸਮਝ ਸਕਣ। ਇਹ ਸੁਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਮੁਸਕਰਾ ਪਏ। ਰਾਏ ਬੁਲਾਰ ਜੀ ਕਹਿੰਦੇ, ਪਾਤਸ਼ਾਹ ਆਪ ਜੀ ਦੇ ਜਿਹੜੇ ਬਚਨ ਨੇ ਨਾ ਉਹ ਮੇਰੇ ਲਈ ਮੁਕਰੰਦ ਵਰਗੇ ਨੇ। ਮੁਕਰੰਦ ਨਾਮ ਹੈ ਫੁੱਲ ਦਾ ਧੂੜਾ, ਜਿਹਨੂੰ ਸੰਸਕ੍ਰਿਤ ਵਿੱਚ ਪਰਾਗ ਕਹਿੰਦੇ ਆ। ਉਸੇ ਪਰਾਗ ਦੇ ਵਿੱਚੋਂ ਖੁਸ਼ਬੂ ਨਿਕਲਦੀ ਹੈ। ਪਾਤਸ਼ਾਹ ਆਪ ਜੀ ਦੇ ਬਚਨ ਫੁੱਲ ਵਰਗੇ ਨੇ। ਉਹਨਾਂ ਬਚਨਾਂ ਨੂੰ ਕਮਾਉਣਾ ਇੱਕ ਮਹਿਕ ਖੁਸ਼ਬੂ ਜੈਸਾ ਹੈ ਜੋ ਜੀਵਨ ਵਿੱਚ ਢਲ ਜਾਂਦੀ ਹੈ। ਓ ਮਨ ਰੀਤ ਮਿਲਿੰਦ ਕੀ ਚਾਹਤ, ਜੇ ਕਰੁਣਾ ਪ੍ਰਕਾਸ਼ ਤੁਮਾਰੀ। ਮਨ ਚਰਨ ਕਬਲ ਮਕਰੰਦ ਲੋਭਿਤ ਮਨੋ, ਅਨੰਦਨੋ ਮੋਹੇ ਆਹੀ ਪਿਆਸਾ। ਮੇਰੇ ਦਿਲ ਦੇ ਵਿੱਚ ਉਹ ਪਿਆਸ ਲੱਗੀ ਹਿਰਦੇ ਦੇ ਵਿੱਚ। ਮੁਕਰੰਦ ਨਾਮ ਹੈ ਧੂੜੀ ਦਾ,
ਜਦੋਂ ਇਸ ਧੂੜੀ ਨੂੰ ਲੱਭਣ ਵਾਸਤੇ ਆਉਂਦਾ ਹੈ ਉਹਦਾ ਨਾਮ ਹੈ ਭੌਰਾ। ਭੌਰੇ ਦਾ ਸੁਭਾਅ ਲਾਲਚ ਵਾਲਾ ਹੈ। ਉਹ ਇਸ ਧੂੜ, ਇਸ ਪਰਾਗ, ਇਸ ਖੁਸ਼ਬੂ ਦੇ ਲਈ ਆਪਣੇ ਪ੍ਰਾਣ ਨਿਸ਼ਾਵਰ ਕਰ ਦਿੰਦਾ ਹੈ। ਮਹਾਰਾਜ ਮੈਨੂੰ ਇਹ ਮੁਕਰੰਦ ਦੇ ਦਿਓ, ਮੈਂ ਆਪ ਜੀ ਦੇ ਬਚਨਾਂ ਨੂੰ ਜੀਵਨ ਵਿੱਚ ਕਮਾਲ ਦੇ ਸਕਾਂ। ਗੁਰੂ ਨਾਨਕ ਸਾਹਿਬ ਮਹਾਰਾਜ ਸੁਣ ਕੇ ਰਾਏ ਬੁਲਾਰ ਜੀ ਦੇ ਬਚਨਾਂ ਨੂੰ ਮੁਸਕਰਾ ਰਹੇ ਨੇ, ਕਿਉਂਕਿ ਅੱਜ ਗੱਲਾਂ ਕੁਝ ਗੰਭੀਰ ਨੇ, ਕੁਝ ਬਚਨ ਐਸੇ ਨੇ, ਹੋ ਸਕਦਾ ਰਾਏ ਬੁਲਾਰ ਸਾਹਿਬ ਜੀ ਦੇ ਨਾਲ ਬਹੁਤ ਘੱਟ ਮੁਲਾਕਾਤਾਂ ਹੋਣ। ਇੱਕ ਪਾਸੇ ਮਾਤਾ ਪਿਤਾ ਬੈਠੇ ਆ ਜਿਹੜੇ ਰੋਜ਼ ਕਹਿੰਦੇ ਆ ਸਾਡਾ ਪੁੱਤ ਸਾਡੇ ਪਾਸ ਰਵੇ, ਪਰ ਜਦੋਂ ਗੁਰੂ ਸਾਹਿਬ ਜੀ ਨੇ ਸੁਣ ਕੇ ਬਚਨ ਮੁਸਕਰਾਏ ਨਾ, ਰਾਏ ਬੁਲਾਰ ਜੀ ਨੂੰ ਲੱਗਾ ਸ਼ਾਇਦ ਮੇਰੇ ਵਿੱਚ ਕੋਈ ਖਾਮੀ ਹੈ, ਕੋਈ ਕਮੀ ਹੈ। ਮੇਰੇ ਬਚਨ ਸੁਣ ਕੇ ਸਤਿਗੁਰ ਹੱਸਦੇ ਨੇ। ਚਾਤ੍ਰਿਕ ਚਿਤ ਸ਼ਵਾਂਤ ਸੀ ਚਾਹਤ, ਹੈ ਰਸਨਾ ਘਨ ਸੀ ਬਚ ਬਾਰੀ। ਸਤਿਗੁਰੂ ਜੀ ਆਪ ਜੀ ਦੇ ਬਚਨ ਬੱਦਲਾਂ ਵਰਗੇ ਨੇ, ਵਰਸਦੇ ਨੇ, ਗਰਜਦੇ ਨੇ, ਪਰ ਜੇ ਮੇਰਾ ਮਨ ਉਹ ਸਵੰਤੀ ਬੂੰਦ ਪ੍ਰਾਪਤ ਕਰ ਲੇ, ਇਹ ਬਵੀਹੇ ਵਾਂਗ ਟਿਕ ਜੇ। ਕਿਰਪਾ ਕਰ ਦਿਓ, ਮੈਨੂੰ ਵੀ ਸਮਝਾ ਦਿਓ, ਕਿਉਂਕਿ ਮੇਰਾ ਵੀ ਮਨ ਆਪ ਜੀ ਦੇ ਮਾਪਿਆਂ ਦਾ ਮੋਹ ਵੇਖ ਡੋਲ ਜਾਂਦਾ ਹੈ। ਡੋਲਣਾ ਨਹੀਂ ਚਾਹੀਦਾ, ਕਿਉਂਕਿ ਗੁਰੂ ਸਾਹਿਬ ਨੇ ਆਖਿਆ ਸੀ ਜਦੋਂ ਕੋਈ ਗਿਆਨੀ ਬਣ ਜੇ ਨਾ, ਗਿਆਨਵਾਨ ਹੋ ਜੇ, ਸੁੱਖ ਦੁੱਖ ਆਪਣਾ ਬੇਗਾਨਾ ਚੰਗਾ ਮਾੜਾ ਉਹਦੇ ਜੀਵਨ ਦੀ ਸ਼ੈਲੀ 'ਚੋਂ ਬਹੁਤ ਦੂਰ ਚਲਿਆ ਜਾਂਦਾ ਹੈ। ਇਹ ਚੰਗਾ ਮਾੜਾ ਆਪਣਾ ਤੇਰਾ ਮੇਰਾ ਇਹ ਸਿਰਫ ਦੁਨਿਆਵੀ ਲੋਕਾਂ ਵਾਸਤੇ ਹੈ, ਜਿਹੜੇ ਮੋਹ ਦੇ ਤਲ ਤੇ ਮਨ ਦੇ ਤਲ ਤੇ ਜਿਉਣ ਵਾਲੇ ਆ, ਸੁਰਤ ਦੇ ਤਲ ਤੇ ਜਿਉਣ ਵਾਲਿਆਂ ਵਾਸਤੇ ਤੇ ਆਪਣਾ ਹੀ ਕੋਈ ਨਹੀਂ ਤੇ ਬੇਗਾਨਾ ਵੀ ਕੋਈ ਨਹੀਂ, ਮਿੱਤਰ ਵੀ ਕੋਈ ਨਹੀਂ ਤੇ ਦੁਸ਼ਮਣ ਵੀ ਕੋਈ ਨਹੀਂ। ਬਾਣੀ ਨੇ ਲਿਖਿਆ ਨਾ ਕਾਹੂ ਸਿਓ ਦੋਸਤੀ, ਨਾ ਕਾਹੂ ਸਿਓ ਵੈਰ। ਕਾਹੂ ਮਤਲਬ ਕਿਸੇ ਨਾਲ ਵੀ ਕਹਿੰਦੇ ਸਾਡੀ ਦੋਸਤੀ ਨਹੀਂ ਹੈ ਤੇ ਸਾਡਾ ਵੈਰ ਵੀ ਕਿਸੇ ਨਾਲ ਨਹੀਂ ਹੈ। ਦੁਨਿਆਵੀ ਪੱਧਰ ਤੇ ਸਾਡੇ ਮਿੱਤਰ ਵੀ ਬੜੇ, ਜਿਹਦੇ ਮਿੱਤਰ ਹੋਣਗੇ ਉਹਦੇ ਵੈਰੀ ਵੀ ਹੋਣਗੇ, ਜਿਹਦੇ ਆਪਣੇ ਹੋਣਗੇ ਉਹਨੇ ਬੇਗਾਨੇ ਵੀ ਮੰਨੇ ਹੋਣਗੇ, ਪਰ ਜਿਹਨੇ ਆਪਣਾ ਬੇਗਾਨਾ ਸਮਝਿਆ ਹੀ ਕੋਈ ਨਹੀਂ, ਉਹ ਹੈ ਗਿਆਨੀ ਪੁਰਸ਼, ਜਿਹਦੇ ਕੋਲ ਅੰਤਰ ਸੁਰਤ ਦਾ ਗਿਆਨ ਹੈ। ਇਹ ਸਾਰੀ ਸ੍ਰਿਸ਼ਟੀ ਵਿੱਚ ਮੇਰਾ ਇੱਥੇ ਕੀ ਹੈ? ਮੇਰਾ ਤੇ ਸਰੀਰ ਵੀ ਨਹੀਂ, ਮੇਰੇ ਤੇ ਗਿਆਨ ਇੰਦਰੇ, ਕਰਮ ਇੰਦਰੇ, ਪ੍ਰਾਣ, ਮੇਰੀ ਸੁਰਤ, ਮੇਰਾ ਮਨ ਵੀ ਮੇਰਾ ਨਹੀਂ। ਇਹਨਾਂ ਉੱਤੇ ਵੀ ਕੋਈ ਕਾਬੂ ਕਰਨ ਵਾਲਾ ਕਾਬਜ ਬੈਠਾ ਹੈ। ਰਾਏ ਬੁਲਾਰ ਸਾਹਿਬ ਕਹਿੰਦੇ ਮਹਾਰਾਜ ਬਚਨ ਆਪ ਜੀ ਦੇ ਸੁਣ ਕੇ ਬੜਾ ਮੈਨੂੰ ਆਨੰਦ ਪ੍ਰਾਪਤ ਹੋਇਆ ਹੈ, ਬਹੁਤ ਪਿਆਰੇ ਬਚਨ ਨੇ, ਪਰ ਇੱਕ ਕਮੀ ਰਹਿ ਗਈ, ਮੈਨੂੰ ਸੇਵਾ ਦਾ ਮੌਕਾ ਨਹੀਂ ਮਿਲਿਆ। ਪ੍ਰੇਮ ਤੇ ਬਹੁਤ ਹੋ ਗਿਆ, ਬਚਨ ਬਹੁਤ ਹੋ ਗਏ, ਕਮਾਉਣ ਦਾ ਮੌਕਾ ਵੀ ਮਿਲਿਆ, ਪਰ ਮੈਂ ਸੇਵਾ ਤੋਂ ਅੱਜ ਵੀ ਵਾਂਝਾ ਹਾਂ। ਆਪ ਕਰੋ ਫਰਮਾਇਸ਼ ਕੋ, ਇੱਕ ਸੇਵ ਕਰੋ ਸਫਲੀ ਸੋ ਹਮਾਰੀ। ਪਾਤਸ਼ਾਹ ਆਪ ਕੋਈ ਮੈਨੂੰ ਫਰਮਾਇਸ਼ ਕਰ ਦਿਓ, ਕੋਈ ਆਗਿਆ ਦੇ ਦਿਓ, ਕੋਈ ਤੇ ਮੈਂ ਇੱਕ ਸੇਵਾ ਤੁਹਾਡੇ ਕਹੇ ਮੁਤਾਬਕ ਕਰਦੇ ਹਾਂ। ਹੱਥੀ ਸੇਵਾ ਆਪਣੇ ਸੱਜਣ ਲਈ, ਆਪਣੇ ਪਿਆਰੇ ਸਤਿਗੁਰ ਲਈ ਕੁਝ ਤੇ ਮੈਂ ਹੱਥੀ ਕਰਾਂ। ਗੁਰੂ ਸਾਹਿਬ ਕਹਿੰਦੇ ਰਾਏ ਬੁਲਾਰ ਸਾਹਿਬ ਸਭ ਕੁਝ ਹੀ ਤੁਹਾਡਾ ਹੈ, ਰਹਿਣ ਦਿਓ। ਕਹਿੰਦੇ ਨਹੀਂ ਪਾਤਸ਼ਾਹ ਇੱਕ ਮੌਕਾ, ਮੈਂ ਆਪ ਕਹਿਣਾ ਐਸਾ ਮੌਕਾ ਦਿਓ ਜੋ ਮੈਨੂੰ ਕਰਕੇ ਚੰਗਾ ਲੱਗੇ। ਦੁਨਿਆਵੀ ਤੌਰ ਤੇ ਸਾਡਾ ਕੋਈ ਮਿੱਤਰ ਪਿਆਰਾ, ਸਾਨੂੰ ਪਤਾ ਉਹਨੂੰ ਕੀ ਪਸੰਦ ਆ, ਅਸੀਂ ਬਣਾਇਆ। ਉਹ ਕਿੱਥੇ ਜਾਣਾ ਚਾਹੁੰਦਾ ਉਹਨੂੰ ਲੈ ਕੇ ਗਏ, ਉਹ ਕੀ ਪਹਿਨਣਾ ਚਾਹੁੰਦਾ ਉਹਨੂੰ ਲੈ ਕੇ ਦਿੱਤਾ, ਉਹਨੂੰ ਕਿਹੜੀ ਕਮੀ ਆ ਅਸੀਂ ਪੂਰੀ ਕੀਤੀ। ਇਹ ਤੇ ਨੇ ਤੁਹਾਡੇ ਦਿਲ ਦੀਆਂ ਖਾਹਿਸ਼ਾਂ, ਉਹਦੀ ਚਾਹਤ। ਖੁਸ਼ੀ ਕਿੱਥੇ ਹੈ? ਇਹ ਖੁਸ਼ੀ ਨਹੀਂ ਹੈ, ਖੁਸ਼ੀ ਉਹ ਹੈ ਪਿਆਰਿਆ ਅੱਜ ਜੋ ਤੇਰਾ ਦਿਲ ਕਰਦਾ ਹੈ ਆਪਾਂ ਉਹੀ ਖਾਣਾ ਹੈ, ਜੋ ਤੇਰਾ ਚਿੱਤ ਕਰਦਾ ਹੈ ਉਹੀ ਪਹਿਨਣਾ ਹੈ, ਜਿੱਥੇ ਤੂੰ ਕਹੇ ਅਸੀਂ ਉੱਥੇ ਜਾਣਾ ਹੈ। ਮਤਲਬ ਤੁਸੀਂ ਕੁਛ ਆਪ ਮੰਗੋ। ਇਹ ਤੇ ਪਤਾ ਮਾਂ ਨੂੰ ਵੀ ਮੇਰਾ ਪੁੱਤ ਮੇਰੀ ਧੀ ਰੋਜ਼ ਕੀ ਪਸੰਦ ਕਰਦੇ ਆ, ਕਿਹੋ ਜਿਹੇ ਕੱਪੜੇ ਪਾਉਂਦੇ ਆ, ਕਿਹੋ ਜਿਹੀ ਥਾਂ ਤੇ ਜਾਣਾ ਚੰਗਾ ਲੱਗਦਾ ਹੈ, ਪਰ ਕਦੇ ਕਦੇ ਮਾਪੇ ਕਹਿੰਦੇ ਪੁੱਤ ਅੱਜ ਤੂੰ ਆਰਡਰ ਕਰ, ਜੋ ਤੂੰ ਕਹੇਗਾ ਅਸੀਂ ਉਹ ਖਾਣਾ ਹੈ। ਇਹ ਕੀ ਹੈ? ਪ੍ਰੇਮ ਦੀ ਨਿਸ਼ਾਨੀ ਹੈ। ਇੱਕ ਦੁਨਿਆਵੀ ਉਦਾਹਰਨ ਹੈ। ਰੱਬ ਨੂੰ ਰਾਏ ਬੁਲਾਰ ਸਾਹਿਬ ਕਹਿੰਦੇ ਮਹਾਰਾਜ ਮੈਂ ਕੀ ਦੇਣ ਵਾਲਾ ਤੁਹਾਨੂੰ? ਪੁਸ਼ਾਕ ਤੋਂ ਲੈ ਕੇ ਹਰ ਵਸਤੂ ਉਹ ਪਿਆਰ 'ਚ ਦੇ ਰਹੇ ਨੇ। ਗੁਰੂ ਸਾਹਿਬ ਦੇ ਕਿਹੜਾ ਚੋਲਾ ਅੱਛਾ ਲੱਗਦਾ ਹੈ, ਕਿੱਦਾਂ ਦੀ ਸਤਿਗੁਰ ਦਸਤਾਰ ਬੰਨ੍ਹਦੇ ਆ, ਮਹਿੰਗੀ ਤੋਂ ਮਹਿੰਗੀ ਲਿਆ ਕੇ ਦੇਣੀ, ਇਹ ਸਾਰਾ ਖਰਚਾ ਰਾਏ ਬੁਲਾਰ ਸਾਹਿਬ ਦਾ ਨਾ। ਪਰ ਕਹਿੰਦੀ ਅਜੇ ਤਸੱਲੀ ਨਹੀਂ ਹੋਈ। ਤਸੱਲੀ ਉਸ ਦਿਨ ਹੋਣੀ ਹੈ ਜਿੱਦਣ ਸੱਜਣਾ ਤੁਸੀਂ ਆਪ ਮੰਗ ਕੇ ਕਹੋਗੇ ਮੈਨੂੰ ਆਹ ਚਾਹੀਦਾ ਹੈ।
ਉਹ ਸੇਵਾ ਵੱਡੀ ਹੈ। ਮੰਗੋ। ਗੁਰੂ ਸਾਹਿਬ ਨੇ ਮੁਸਕਰਾ ਕੇ ਸਾਰ ਦਿੱਤਾ। ਪਰ ਰਾਏ ਬੁਲਾਰ ਸਾਹਿਬ ਕਹਿੰਦੇ ਮਹਾਰਾਜ ਇੱਕ ਸੇਵਾ ਦੇ ਦਿਓ, ਇੱਕ ਮੈਨੂੰ ਆਪਣੇ ਜੀਵਨ ਵਿੱਚ ਸਕੂਨ ਮਿਲੇ ਵੀ ਆਪ ਜੀ ਨੇ ਮੈਨੂੰ ਕੋਈ ਹੁਕਮ ਕੀਤਾ ਏ। ਮੋਤਰੀ ਨ ਸੇਵ ਭਈ ਤੁਮਰੀ ਕਛ, ਜਾਂ ਤੀਰ ਦਾ ਥਿਰਤਾ ਨਹਿ ਪਾਵੇ। ਗੁਰੂ ਸਾਹਿਬ ਫੇਰ ਕਹਿੰਦੇ ਰਾਏ ਬੁਲਾਰ ਜੀ ਛੱਡੋ ਇਹਨਾਂ ਗੱਲਾਂ ਨੂੰ। ਕਹਿੰਦੇ ਨਹੀਂ ਪਾਤਸ਼ਾਹ, ਅਜੇ ਤੱਕ ਇਹੋ ਜੀ ਕੋਈ ਸੇਵਾ ਹੀ ਨਹੀਂ ਕਰ ਸਕਿਆ ਜਿਹਦੇ ਨਾਲ ਮੇਰੇ ਮਨ ਨੂੰ ਟਿਕਾ ਮਿਲਿਆ ਹੋਵੇ, ਤਸੱਲੀ ਮਿਲੀ ਹੋਵੇ, ਸਕੂਨ ਮਿਲਿਆ ਹੋਵੇ। ਕਿਉਂਕਿ ਅੱਜ ਤੱਕ ਜੋ ਮੈਂ ਕੀਤਾ ਤੁਹਾਡੇ ਬਿਨਾਂ ਕਹੇ ਕੀਤਾ, ਤੁਸੀਂ ਕਦੇ ਮੰਗਿਆ ਹੀ ਨਹੀਂ, ਕੋਈ ਮੈਨੂੰ ਸਵਾਲ ਪਾਇਆ ਹੀ ਨਹੀਂ। ਤੇ ਖੁਸ਼ੀ ਕੱਢੀ ਹੋਗੀ ਜਿੱਦਣ ਤੁਸੀਂ ਆਪਣਾ ਸਮਝ ਕੇ ਆਖੋ ਅੱਜ ਮੈਨੂੰ ਇਹ ਚਾਹੀਦਾ ਹੈ। ਆਪਣੇਪਣ ਦੀ ਨਿਸ਼ਾਨੀ ਕੀ ਹੈ? ਜਿੱਦਣ ਤੁਹਾਡਾ ਕੋਈ ਆਪਣਾ ਤੁਹਾਡੇ ਘਰ ਬਿਨਾਂ ਪੁੱਛੇ ਬਿਨਾਂ ਦੱਸੇ ਆਵੇ ਨਾ, ਆਖੇ ਅੱਜ ਮੈਨੂੰ ਆਹ ਚੀਜ਼ ਦੀ ਜ਼ਰੂਰਤ ਹੈ, ਅੰਦਰ ਖਿੜ ਜਾਂਦਾ ਹੈ। ਆਪਣਾ ਸਮਝਿਆ ਤੇ ਤਾਂ ਆਇਓ ਨਾ। ਬੁਲਾਇਆ ਤੇ ਦੁਸ਼ਮਣ ਵੀ ਆ ਜਾਂਦਾ ਹੈ, ਬੁਲਾਇਆ ਤੇ ਹਰ ਕੋਈ ਆ ਜਾਂਦਾ ਹੈ, ਪਰ ਆਪਣਾ ਤੇ ਉਹ ਹੈ ਜਿਹੜਾ ਦਿਨ ਨਹੀਂ ਵੇਖਦਾ, ਰਾਤ ਨਹੀਂ ਵੇਖਦਾ, ਸਮਾਂ ਨਹੀਂ ਵੇਖਦਾ, ਵਕਤ ਨਹੀਂ ਵੇਖਦਾ। ਜੋ ਚਾਹੀਦਾ ਹੈ ਹੱਕ ਸਮਝ ਕੇ ਮੰਗ ਲਿਆ ਵੀ ਦੇ ਦਿਓ। ਕਹਿੰਦੇ ਮਹਾਰਾਜ ਮੈਨੂੰ ਉਹ ਸਮਾਂ ਨਹੀਂ ਮਿਲਿਆ ਵੀ ਤੁਸੀਂ ਆਖੋ ਰਾਏ ਬੁਲਾਰ ਸਾਹਿਬ ਮੈਨੂੰ ਆਹ ਚੀਜ਼ ਦੇ ਦਿਓ। ਬੇਸ਼ੱਕ ਉਹਨੇ ਆਪਣੀ ਅੱਧੀ ਪ੍ਰਾਪਰਟੀ ਤਕਰੀਬਨ ਅੱਜ ਦੇ 17,500-18 ਹਜ਼ਾਰ ਏਕੜ ਜ਼ਮੀਨ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਕਰ ਦਿੱਤੀ। ਉਹ ਤੇ ਉਹਦੀ ਖੁਸ਼ੀ ਹੈ, ਖੁਸ਼ੀ ਨਾਲ ਕੀਤਾ ਨਾ। ਪਰ ਗੁਰੂ ਸਾਹਿਬ ਨੇ ਤੇ ਕਦੇ ਮੰਗਿਆ ਹੀ ਨਹੀਂ। ਸਾਰੇ ਜੀਵਨ ਵਿੱਚ ਸਤਿਗੁਰਾਂ ਨੇ ਕਦੇ ਨਹੀਂ ਆਖਿਆ ਰਾਏ ਬੁਲਾਰ ਸਾਹਿਬ ਮੈਨੂੰ ਆਹ ਚਾਹੀਦਾ। ਪਰ ਉਹ ਅੱਜ ਮਿੰਨਤਾਂ ਕਰਦੇ ਨੇ, ਕਹਿੰਦੇ ਪਾਤਸ਼ਾਹ ਇੱਕ ਮੌਕਾ ਦੇ ਦਿਓ, ਕੋਈ ਐਸੀ ਮੰਗ ਦੱਸ ਦਿਓ। ਕਿਉਂਕਿ ਤੁਸੀਂ ਆਪ ਦਾਤੇ ਹੋ, ਤੁਹਾਨੂੰ ਲੋੜ ਤੇ ਹੈ ਨਹੀਂ, ਪਰ ਮੇਰੀ ਖੁਸ਼ੀ ਲਈ, ਮੇਰੇ ਟਿਕਾ ਲਈ ਮੈਨੂੰ ਕੋਈ ਹੁਕਮ ਸੁਣਾਵੋ। ਇਹਾਂ ਰਹੋ ਤਬ ਹੀਰਤ ਹੂੰ ਪਗ, ਸ਼ਰਵਣ ਸੁਣੋ ਬਚਹਿਆ ਹੁਲ ਸਾਵੇ। ਇੰਨੇ ਬਚਨ ਕਹਿ ਕੇ ਰਾਏ ਬੁਲਾਰ ਸਾਹਿਬ ਕਹਿੰਦੇ ਮਹਾਰਾਜ ਕਿੱਡੀ ਖੁਸ਼ੀ ਦੀ ਗੱਲ ਹੋਵੇ ਜੇ ਆਪ ਜੀ ਇਸੇ ਨਗਰ ਵਿੱਚ ਰਹੋ, ਤੁਹਾਡੇ ਚਰਨਾਂ ਦੀ ਸੇਵਾ ਦਾ ਮੌਕਾ ਮਿਲਦਾ ਰਹੇ, ਆਪ ਜੀ ਦੇ ਦੀਦਾਰ ਕਰਦੇ ਰਹੀਏ। ਇੱਥੇ ਮਾਤਾ ਪਿਤਾ ਦੇ ਵੀ ਜ਼ਖਮਾਂ ਨੂੰ ਮੱਲਮ ਹੈ। ਕਿਉਂਕਿ ਰਾਏ ਬੁਲਾਰ ਸਾਹਿਬ ਬੜੇ ਪ੍ਰੇਮ ਦੀ ਪੀਂਘ ਪਾ ਰਹੇ ਆ, ਬੜੇ ਪਿਆਰ ਦੀ ਗੱਲ ਕਰਦੇ ਆ ਵੀ ਗੁਰੂ ਸਾਹਿਬ ਇੱਕ ਮੰਗ ਮੈਥੋਂ ਮੰਗ ਲੈਣ ਤਾਂ ਜੋ ਮੈਨੂੰ ਵੀ ਸਕੂਨ ਹੋਵੇ। ਮੈਥੋਂ ਮੇਰੇ ਸੱਜਣ ਨੇ ਕਦੇ ਤੇ ਕੁਛ ਆਪਣਾ ਸਮਝ ਕੇ ਮੰਗਿਆ, ਮੈਂ ਸਫਲਾ ਹੋ ਗਿਆ, ਮੇਰਾ ਸਰੀਰ ਸਫਲਾ, ਮੇਰਾ ਮਨ ਸਫਲਾ, ਮੇਰਾ ਧਨ ਸਫਲਾ। ਪਰ ਇਹ ਮੇਰੇ ਸਤਿਗੁਰਾਂ ਦਾ ਵੱਡਪਣ ਸੀ। ਉਹਨਾਂ ਨੇ ਸਾਰੀ ਜ਼ਿੰਦਗੀ 'ਚ ਕਦੇ ਆਪਣੇ ਮਾਪਿਆਂ ਨੂੰ ਨਹੀਂ ਕਿਹਾ ਮੈਨੂੰ ਆ ਚਾਹੀਦਾ। ਸਾਰੀ ਜ਼ਿੰਦਗੀ 'ਚ ਸੁਣਿਆ ਕਦੇ ਤੁਸੀਂ ਵੀ ਪਿਤਾ ਕਲਿਆਣ ਚੰਦ ਨੂੰ ਕਿਹਾ ਹੋਵੇ ਬਾਪੂ ਜੀ ਮੈਨੂੰ ਆਹ ਚੀਜ਼ ਲੈ ਦਿਓ? ਕਦੇ ਮਾਂ ਤ੍ਰਿਪਤਾ ਨੂੰ ਕਿਹਾ ਹੋਵੇ ਮਾਂ ਅੱਜ ਤੇਰੇ ਪੁੱਤ ਨੇ ਆਹ ਕੱਪੜੇ ਪਾਣੇ, ਅੱਜ ਇਹੋ ਜਿਹਾ ਖਾਣਾ ਹੈ? ਸੱਚੀ ਅੱਜ 263 ਦਿਨ ਹੋ ਗਏ ਆ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਚੱਲਦੀ, ਇੱਕ ਵਾਰ ਵੀ ਇਹ ਜ਼ਿਕਰ ਨਹੀਂ ਆਇਆ ਗੁਰੂ ਸਾਹਿਬ ਨੇ ਆਪਣੀ ਪਸੰਦ ਦਾ ਕੁਝ ਮੰਗਿਆ ਹੋਵੇ। ਐਡਾ ਵੱਡਾ ਮਹਾਨ ਸਿੱਖਿਆ ਦਾ ਜੀਵਨ ਸਾਡੇ ਲਈ ਹੈ। ਇਹ ਕੰਧਾਂ ਨੂੰ ਸੁਣਾਉਣ ਵਾਸਤੇ ਜਾਂ ਟਾਈਮ ਪਾਸ ਵਾਸਤੇ ਨਹੀਂ ਹੁੰਦਾ। ਇਤਿਹਾਸ ਕਹਿੰਦਾ ਤੂੰ ਸਿੱਖ ਗੁਰੂ ਕੋਲੋਂ ਵੀ ਮੰਗਣ ਦੀਆਂ ਇੱਛਾਵਾਂ ਖਤਮ ਕਰ ਦੇ, ਤੇਰੇ ਦੁੱਖ ਘਟ ਜਾਣਗੇ। ਆਖੋ ਸਤਨਾਮ। ਦੁੱਖ ਕਾਹਦੇ ਆ ਜੀ? ਇੱਛਾਵਾਂ ਦੇ, ਚਾਹਤਾਂ ਦੇ, ਡਿਜ਼ਾਇਰਾਂ ਦੇ। ਮਨ ਕਹਿੰਦਾ ਆ ਵੀ ਚਾਹੀਦਾ, ਉਹ ਮਿਲਦਾ ਨਹੀਂ ਤੇ ਦੁਖੀ ਹੈ। ਤੇ ਜੇ ਮਨ ਆਖੇ ਜੋ ਪਰਮਾਤਮਾ ਨੇ ਦਿੱਤਾ ਬਈ ਮੈਂ ਸੰਤੁਸ਼ਟ ਹਾਂ, ਮੈਨੂੰ ਕੁਛ ਨਹੀਂ ਚਾਹੀਦਾ। ਕਦੇ ਕੀਤੀ ਰੱਬ ਅੱਗੇ ਅਰਦਾਸ ਮਹਾਰਾਜ ਅੱਜ ਤੋਂ ਬਾਅਦ ਜੋ ਕੁਝ ਮੇਰੇ ਕੋਲ ਇੰਨਾ ਹੀ ਰਹਿਣ ਦਿਓ, ਵੱਧ ਨਾ ਦਿਓ ਜੀ? ਕਰ ਵੀ ਨਹੀਂ ਸਕਦੇ। ਵਿਰਲੇ ਨੇ ਉਹ ਗੁਰਸਿੱਖ ਨਿੱਤ ਉੱਠ ਕੇ ਕਹਿੰਦੇ ਨੇ ਮਹਾਰਾਜ ਮੈਨੂੰ ਧਨ ਪਦਾਰਥ ਨਹੀਂ ਚਾਹੀਦੇ, ਮੈਨੂੰ ਤੇਰੇ ਪਿਆਰਿਆਂ ਦੀ ਸੰਗਤ ਚਾਹੀਦੀ ਹੈ, ਤੁਹਾਡੇ ਦੀਦਾਰ ਚਾਹੀਦੇ ਆ, ਆਪ ਜੀ ਦੀ ਸੇਵਾ ਚਾਹੀਦੀ ਹੈ। ਵਿਰਲੇ ਮੰਗਦੇ ਆ। ਤੇ ਰਾਏ ਬੁਲਾਰ ਸਾਹਿਬ ਕੀ ਮੰਗ ਰਹੇ ਅੱਜ? ਕਹਿੰਦੇ ਪਾਤਸ਼ਾਹ ਇੱਕ ਮੌਕਾ ਦੇ ਦਿਓ ਸੇਵਾ ਦਾ, ਜਿਸ ਸੇਵਾ ਨੂੰ ਕਰਕੇ ਮੇਰੇ ਅੰਦਰ ਨੂੰ ਸ਼ਾਂਤੀ ਆਵੇ। ਏ ਜਗ ਨਾਇਕ ਹੀ ਗਤ ਦਾਇਕ, ਹੋ ਸਭ ਲਾਇਕ ਪ੍ਰੋਖ ਰਹਾਵੇ। ਸਾਹਿਬ ਜੀ ਆਪ ਜਗਤ ਦੇ ਨਾਇਕ ਮਾਲਕ ਹੋ, ਦੁਨੀਆ ਨੂੰ ਪਾਲਣ ਵਾਲੇ ਹੋ, ਪਰ ਮੇਰਾ ਇੱਕ ਗਲਾ ਤੁਹਾਡੇ ਨਾਲ ਹੈ। ਸਾਰੀ ਦੁਨੀਆ ਸਾਜ ਕੇ, ਦੁਨੀਆ ਚਲਾ ਕੇ ਤੁਸੀਂ ਦੁਨੀਆ 'ਚ ਛੁਪ ਕੇ ਕਿਉਂ ਰਹਿੰਦੇ ਹੋ? ਕਿਉਂ ਛੁਪਦੇ ਹੋ? ਦੇਖੋ ਰੱਬ ਕਿਹਨੂੰ ਕਹਿੰਦੇ ਆ? ਅੱਜ ਤੱਕ ਕਦੇ ਕੋਈ ਬੰਦਾ ਇਹ ਦਾਵਾ ਕਰਦਾ ਹੈ ਵੀ ਰੱਬ ਨੇ ਮੈਨੂੰ ਆ ਕੇ ਕਿਹਾ ਉਹ ਦੁਨੀਆ ਮੈਂ ਬਣਾਈ, ਵਰਨਾ ਦੁਨੀਆ ਨੂੰ ਸਮਝਾ ਦੇ ਮੈਂ ਢਾ ਦਿਆਂਗਾ? ਸੁਣਿਆ ਕਦੇ?
ਕੋਈ ਬੈਂਕ ਕਹਿ ਸਕਦਾ ਵੀ ਫਲਾਣੇ ਨੂੰ ਪ੍ਰਾਪਰਟੀ ਵਾਸਤੇ ਲੋਨ ਮੈਂ ਦਿੱਤਾ, ਜੇ ਨਹੀਂ ਪੂਰਾ ਕਰੂ ਤੇ ਘਰ ਤੇ ਤਖਤੀ ਲਾ ਕੇ ਕੁਰਕ ਕਰ ਦਿਆਂਗਾ। ਕੋਈ ਕੋਰਟ ਕਚਹਿਰੀ ਕਹਿ ਸਕਦੀ ਹੈ ਤੂੰ ਫਰਾਡ ਕੀਤਾ, ਤੇਰੇ ਨਾਲ ਇਹ ਕਰ ਦਿਆਂਗਾ। ਰੱਬ ਨੇ ਕਿਹਾ ਕਦੇ? ਉਹ ਨਹੀਂ। ਉੱਤੇ ਐਡਾ ਵੱਡਾ ਦਾਤਾ ਹੈ, ਉਹ ਪਾਪੀਆਂ ਨੂੰ ਵੀ ਦੇਈ ਜਾਂਦਾ, ਪੁੰਨੀਆਂ ਨੂੰ ਵੀ ਸਭ ਕੁਝ ਦੇ ਰਿਹਾ ਹੈ। ਉਹ ਕਦੇ ਸਾਹਮਣੇ ਆ ਕੇ ਕਹਿੰਦਾ ਹੀ ਨਹੀਂ ਮੈਂ ਇੰਨਾ ਕੁਝ ਦਿੱਤਾ, ਮੈਨੂੰ ਚੇਤੇ ਕਰੋ, ਮੈਨੂੰ ਯਾਦ ਕਰੋ, ਮੈਨੂੰ ਮੱਥਾ ਟੇਕੋ। ਕਹਿੰਦਾ ਆਹੀ ਗੁਣ ਗੁਰੂ ਨਾਨਕ ਸਾਹਿਬ ਵਿੱਚ ਨਜ਼ਰ ਆ ਰਹੇ ਨੇ ਰਾਏ ਬੁਲਾਰ ਸਾਹਿਬ ਨੂੰ। ਕਹਿੰਦੇ ਰੱਬਾ ਦੁਨੀਆ ਬਣਾਉਣ ਵਾਲਿਆ, ਤੂੰ ਕਦੇ ਨਹੀਂ ਸਾਹਮਣੇ ਆ ਕੇ ਆਖਿਆ ਵੀ ਸਾਡਾ ਵੀ ਕੁਝ ਹੈ ਇੱਥੇ, ਕਦੇ ਨਹੀਂ ਨਾ ਕਿਹਾ। ਛੁਪ ਕੇ ਰਹਿੰਦੇ ਆ ਨਾ, ਤੇ ਦੁਨੀਆ ਦਾ ਬੰਦਾ ਕੋਈ ਰਹੂ ਛੁਪ ਕੇ। ਕਿਸੇ ਮਿਸਤਰੀ ਨੇ ਘਰ ਬਣਾਇਆ, ਗੇਟ ਗ੍ਰਿਲ ਬਣਾਈ ਹੋਵੇ ਨਾ, ਅਗਲਾ ਨਵਾਂ ਗੇਟ ਆਰਡਰ ਕਰਨਾ ਹੋਵੇ, ਉਹ ਕਹਿੰਦਾ ਮੋਟਰਸਾਈਕਲ ਤੇ ਬੈਠੋ ਮੈਂ ਵਿਖਾ ਕੇ ਲਿਆਉਣਾ, ਫਲਾਣੀ ਕੋਠੀ 'ਚ ਗ੍ਰਿਲ ਮੈਂ ਲਾਈ ਹੋਈ ਹੈ, ਫਲਾਣੇ ਘਰ ਦਾ ਗੇਟ ਮੈਂ ਬਣਾਇਆ, ਫਲਾਣੀ ਥਾਂ ਤੇ ਟਾਈਲਾਂ ਅਸੀਂ ਲਾਈਆਂ, ਚੱਲ ਵੇਖੀਏ। ਉਹ ਨਕਸ਼ਾ ਅਸੀਂ ਤਿਆਰ ਕੀਤਾ, ਉਹ ਚੱਕੀ ਫੋਟੋਆਂ ਖਿੱਚੀ ਫਿਰਦੇ, ਆਹ ਬਣਾਇਆ, ਆਹ ਬਣਾਇਆ, ਇਹ ਮੈਂ ਕੀਤਾ। ਦੁਨਿਆਵੀ ਤੌਰ ਤੇ ਹੁੰਦਾ ਨਾ ਜੀ, ਸਾਰਿਆਂ ਨਾਲ ਹੁੰਦਾ। ਆਹ ਫਲਾਣੀ ਗੱਡੀ ਪੇਂਟ ਅਸੀਂ ਕੀਤੀ, ਆਹ ਅਸੀਂ ਲੈ ਕੇ ਦਿੱਤਾ, ਆਹ ਜ਼ਮੀਨ ਅਸੀਂ, ਆਹ ਰਿਸ਼ਤਾ ਅਸੀਂ ਕਰਾਇਆ, ਮੈਂ। ਪਰ ਗੁਰੂ ਨਾਨਕ ਸਾਹਿਬ ਜੀ ਨੇ ਕਦੇ ਇਹ ਦੱਸਿਆ ਹੀ ਨਹੀਂ ਵੀ ਅਸੀਂ ਹਾਂ ਕੌਣ। ਇੱਥੇ ਦੁਖੀ ਨੇ ਰਾਏ ਬੁਲਾਰ ਸਾਹਿਬ, ਪ੍ਰੇਮ ਦਾ ਦੁੱਖ ਹੈ ਇਹ ਵੀ ਰੱਬਾ ਮੇਰੇ ਆ ਸਭ ਕੁਝ ਕਰ ਕਰਾ ਕੇ ਵੀ ਇੰਨਾ ਛੁਪ ਕੇ ਰਹਿੰਦੇ ਹੋ, ਮਾਪਿਆਂ ਨੂੰ ਭੇਦ ਤੱਕ ਨਹੀਂ ਦਿੱਤਾ ਅਸੀਂ ਕੌਣ ਆ। ਮਾਂ ਬਾਪ ਅਜੇ ਤੱਕ ਰੋ ਕੇ ਕਹੀ ਜਾਂਦੇ ਆ ਸਾਡਾ ਪੁੱਤ ਜਾਵੇ ਨਾ, ਇਹਨੂੰ ਇੱਥੇ ਰਹਿਣ ਦਿਓ, ਇੱਥੇ ਰਹਿਣ ਦਿਓ। ਮਤਲਬ ਮਹਾਰਾਜ ਨੇ ਭੇਦ ਨਹੀਂ ਦਿੱਤਾ ਆਪਣਾ, ਆਪਣੇ ਬਾਰੇ ਦੱਸਿਆ ਹੀ ਕੁਛ ਨਹੀਂ। ਇੱਥੇ ਬੋਲ ਰਹੇ ਰਾਏ ਬੁਲਾਰ ਸਾਹਿਬ, ਕਹਿੰਦੇ ਸੱਚੇ ਪਾਤਸ਼ਾਹ ਇੰਨਾ ਗੰਭੀਰ ਹੋ ਕੇ ਕੌਣ ਰਹਿੰਦਾ ਏ। ਦੁਨੀਆ ਦੇ ਵਿੱਚ ਕੋਈ ਸਾਧ ਪੀਰ ਪੈਗੰਬਰ ਅਵਤਾਰ ਔਲੀਆ ਆਇਆ, ਸਭ ਨੇ ਆਪਣੇ ਆਉਣ ਦਾ ਜ਼ਾਹਰ ਕੀਤਾ। ਅਸੀਂ ਕੌਣ ਆ, ਅਸੀਂ ਕਿਹਦਾ ਰੂਪ ਆ, ਕਿਹੜੇ ਅਵਤਾਰ 'ਚੋਂ ਆਏ ਆ, ਕਿਸ ਲਈ ਆਏ ਹੋਏ ਆ। ਪਰ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਦੇ ਜ਼ਾਹਰ ਨਹੀਂ ਕੀਤਾ ਵੀ ਅਸੀਂ ਰੱਬ ਆ ਤੇ ਸਾਨੂੰ ਪਰਮਾਤਮਾ ਨੇ ਆਪ ਭੇਜਿਆ। ਕਿਹਾ ਕਿਤੇ? ਗੁਰਬਾਣੀ ਕਹਿੰਦੀ ਹੈ, ਮਹਾਰਾਜ ਆਪ ਤੇ ਕਹਿੰਦੇ ਹੀ ਨਹੀਂ ਕਿਤੇ ਕੁਛ। ਅੱਜ ਉਹ ਰਾਏ ਬੁਲਾਰ ਸਾਹਿਬ ਉਲਾਂਭਾ ਦਿੰਦੇ, ਕਹਿੰਦੇ ਮਾਲਕਾ ਕਦੋਂ ਤੱਕ ਦੁਨੀਆ ਵਿੱਚ ਛੁਪ ਕੇ ਰਹੋਗੇ। ਪੂਰਨ ਰੂਪ ਪ੍ਰਾਤਮ ਪਾਵਨ, ਸ੍ਰੀ ਪਰਮੇਸ਼ਰ ਮੋਦਰ ਸਾਵੇ। ਹੁਣ ਇਹ ਬਚਨ ਕਿਹਨਾਂ ਸਾਹਮਣੇ ਹੋ ਰਹੇ ਨੇ? ਮਾਪਿਆਂ ਸਾਹਮਣੇ। ਇਹ ਵੱਡੀ ਗੱਲ ਹੈ। ਸਤਿਗੁਰਾਂ ਦੇ ਮਾਤਾ ਜੀ ਦੇ ਸਾਹਮਣੇ, ਪਿਤਾ ਜੀ ਦੇ ਸਾਹਮਣੇ ਬਚਨ ਕਹਿਣੇ ਆਪ। ਜੇ ਉਹਨਾਂ ਨੂੰ ਕਹਿ ਦਿੰਦੇ ਸੀ ਤੇਰਾ ਪੁੱਤ ਪਰਮਾਤਮਾ ਹੈ, ਉਹ ਤੇ ਹਰੇਕ ਦੇ ਦੁਆਲੇ ਹੋ ਜਾਂਦੇ, ਕਹਿੰਦੇ ਤੂੰ ਟਿਚਰਾਂ ਕਰੇਂਗਾ ਸਾਨੂੰ। ਹੁਣ ਇਹ ਪਰਮਾਤਮਾ ਜੀ ਨੇ ਘਰ ਖਾਲੀ ਕਰਤਾ ਸਾਡਾ, ਉੱਥੇ ਸੋਚਦੇ ਆ, ਕਿਉਂਕਿ ਰੱਬ ਨੇ ਉੱਥੇ ਰੱਖਿਆ ਹੋਇਆ ਉਹਨਾਂ ਨੂੰ। ਪਰ ਅੱਜ ਰਾਏ ਬੁਲਾਰ ਸਾਹਿਬ ਕਹਿੰਦੇ ਮਾਲਕਾ ਸਭ ਕੁਝ ਤੁਸੀਂ ਬਣਾਇਆ, ਸਭ ਕੁਝ ਤੁਹਾਡੇ ਹੱਥ ਹੈ, ਪਰਿਪੂਰਨ ਅਨਾਦਿ ਕਾਲ ਦੇ ਤੁਸੀਂ ਪਰਮਾਤਮਾ ਹੋ। ਮੇਰਾ ਗਿਲਾ ਸ਼ਿਕਵਾ, ਤੁਸੀਂ ਇਹ ਕਿਉਂ ਨਹੀਂ ਕਹਿੰਦੇ ਵੀ ਅਸੀਂ ਸਾਧੂ ਹਾਂ, ਅਸੀਂ ਫਕੀਰ ਹਾਂ। ਕਦੇ ਸੁਣਿਆ ਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਤੋਂ ਵੀ ਮੈਂ ਫਕੀਰ ਹਾਂ, ਮੈਂ ਸਾਧ ਹਾਂ? ਇੱਥੇ ਤੇ ਜਣਾ ਖਣਾ ਕਹਿੰਦਾ ਮੈਂ ਰੱਬ ਹਾਂ, ਮੈਂ ਗੁਰੂ ਆ, ਮੇਰਾ ਚੇਲਾ ਨੰਬਰ ਲੈ ਲਾ, ਕਾਲ ਕਰ ਲਈ, ਕੰਮ ਕਰ ਦਿਆਂਗੇ। ਇੱਥੇ ਤੇ ਆਹ ਕੁਝ ਚੱਲਦਾ ਹੈ। ਕਿੰਨਾ ਘੋਰ ਕਲਯੁਗ ਹੈ। ਕਲਯੁਗ ਚਾਰੇ ਪਾਸੇ ਹੈ। ਪਰ ਜਦੋਂ ਧਰਮ ਦੀ ਦੁਨੀਆ ਵੇਖੀਏ, ਕਲਯੁਗ ਦਾ ਪਹਿਲਾ ਵਰਤਾਰਾ ਵਰਤਣਾ ਹੀ ਧਰਮ ਦੇ ਵਿੱਚ ਹੈ। ਮਤ ਭੁਲੇਖਾ ਕੱਢ ਦਿਓ ਵੀ ਕਲਯੁਗ ਕਿਤੇ ਟੀਵੀ ਤੇ ਨੱਚਦਾ ਹੈ, ਕਲਯੁਗ ਕਿਤੇ ਬਾਹਰ ਹੀ ਸੜਕਾਂ ਤੇ ਤੁਰਿਆ ਫਿਰਦਾ ਹੈ। ਗੁਰੂ ਨਾਨਕ ਸਾਹਿਬ ਜੀ ਦੀ ਇਸ ਕਥਾ ਵਿੱਚ ਜ਼ਿਕਰ ਆਉਣਾ ਹੈ ਕਲਯੁਗ ਦਾ ਪਹਿਲਾ ਪੁਆਇੰਟ ਕੀ ਹੈ। ਉਹ ਕਹਿੰਦਾ ਮੈਂ ਧਰਮੀ ਲੋਕਾਂ ਨੂੰ ਟਾਰਗੇਟ ਕਰਨਾ ਹੈ। ਕਲਯੁਗ ਕਹਿੰਦੇ ਉਹਨੂੰ ਨੇ, ਜਦੋਂ ਚਾਰੇ ਪਾਸੇ ਧਰਮ ਧਰਮ ਨਹੀਂ ਰਹਿਣਾ, ਧਰਮ ਦੇ ਲੋਕ ਅਧਰਮ ਕਹੀਏ ਪਾਪੀ ਹੋਣਗੇ, ਮੰਦਰਾਂ ਮਸਜਿਦਾਂ ਗੁਰਦੁਆਰਿਆਂ ਵਿੱਚ ਧਰਮ ਦੀ ਗੱਲ ਨਹੀਂ ਰਹਿਣੀ, ਇਹ ਤੇ ਨਿਸ਼ਾਨੀਆਂ ਨੇ ਕਲਯੁਗ ਦੀਆਂ। ਤੇ ਅਸੀਂ ਕਹਿੰਦੇ ਆ ਨਹੀਂ ਜੀ ਕਲਯੁਗ ਤੇ ਬਾਹਰ ਹੀ ਤੁਰਿਆ ਫਿਰਦਾ, ਨਹੀਂ, ਉਹ ਅਸੀਂ ਤੇ ਸਾਖਸ਼ਾਤ ਕਲਯੁਗ ਦਾ ਰੂਪ ਹਾਂ। ਪਰ ਇਹ ਉਲਾਂਭਾ ਦੇ ਰਹੇ ਨੇ ਰਾਏ ਬੁਲਾਰ ਸਾਹਿਬ ਮਹਾਰਾਜ, ਇੰਨਾ ਤੇ ਆਪਣੇ ਮਾਂ-ਬਾਪ ਨੂੰ ਦੱਸ ਦਿਓ ਵੀ ਅਸੀਂ ਕੌਣ ਆ। ਚਲੋ ਦੁਨੀਆ ਨੂੰ ਨਾ ਦੱਸੋ, ਇਹਨਾਂ ਨੂੰ ਤੇ ਦੱਸੋ ਨਾ। ਪਰ ਮੈਨੂੰ ਪਤਾ ਤੁਸੀਂ ਆਦਿ ਪਰਮੇਸ਼ਰ ਹੋ, ਸ੍ਰਿਸ਼ਟੀ ਦੇ ਰਚਨਹਾਰ ਹੋ। ਸ੍ਰੀ ਗੁਰ ਆਨੰਦ ਬੈਨ ਪਨੇ, ਜਿਵ ਸ਼ਾਹੀ ਸਰੀਰ ਤਿਉ ਸੰਗ ਮਾਰੇ। ਗੁਰੂ ਨਾਨਕ ਸਾਹਿਬ ਮਹਾਰਾਜ ਹੱਸ ਕੇ ਆਖਣ ਲੱਗੇ, ਕਹਿੰਦੇ ਰਾਏ ਬੁਲਾਰ ਸਾਹਿਬ ਜੀ ਤੁਸੀਂ ਕਿਹੜੀਆਂ ਗੱਲਾਂ 'ਚ ਪੈ ਗਏ। ਮਹਾਰਾਜ ਅਜੇ ਵੀ ਪਰਦਾ ਪਾਉਂਦੇ ਆ ਵੀ ਮਾਤਾ ਪਿਤਾ ਦੇ ਸਾਹਮਣੇ ਸਾਨੂੰ ਜ਼ਾਹਰ ਨਾ ਕਰੋ, ਆਖੋ ਸਤਿਨਾਮ। ਤੇ ਮੈਂ ਕਹਿੰਦਾ ਵੀ ਮੇਰੇ ਬਾਰੇ ਪਤਾ ਲੱਗੇ, ਮੇਰੇ ਪਰਿਵਾਰ ਨੂੰ ਮੈਂ ਕਿੰਨੇ ਚੰਗੇ ਕੰਮ ਕੀਤੇ ਆ। ਭਾਵੇਂ ਅਸੀਂ ਲੱਖ ਮਾੜੇ ਕੰਮ ਕਰੀਏ, ਮਾਪਿਆਂ ਸਾਹਮਣੇ ਤੇ ਹਰ ਪੁੱਤ ਸਟਾਰ ਬਣਿਆ ਫਿਰਦਾ ਹੈ। ਕਈ ਵਾਰ ਮਾਪਿਆਂ ਨੂੰ ਵੀ ਪਤਾ ਹੁੰਦਾ ਕਰਤੂਤਾਂ ਦਾ ਵੀ ਕਰਦਾ ਕੁਰਦਾ ਕੀ, ਪਰ ਲੋਕਾਂ ਸਾਹਮਣੇ ਕਹਿਣਾ ਸਾਡਾ ਮੁੰਡਾ ਬਹੁਤ ਚੰਗਾ ਹੈ। ਲੋਕਾਂ ਨੂੰ ਪਤਾ ਹੁੰਦਾ ਵੀ ਕਿੰਨਾ ਕੁ ਚੰਗਾ ਤੇ ਕੀ ਕੁਛ ਕਰਦਾ। ਹੁਣ ਉਸ ਵੇਲੇ ਪਿਤਾ ਨੂੰ ਇਹ ਲੱਗਦਾ ਵੀ ਮੇਰਾ ਪੁੱਤ ਉਜਾੜੂ ਹੈ,
ਮੈਂ ਪਟਵਾਰੀਆਂ, ਮੇਰਾ ਇਹਨੇ ਛੱਡਿਆ ਕੱਖ ਨਹੀਂ। ਤੇ ਰਾਏ ਬੁਲਾਰ ਸਾਹਿਬ ਕਹਿੰਦੇ ਮਹਾਰਾਜ ਆਪਣੇ ਬਾਰੇ ਦੱਸੋ। ਬਾਪੂ ਨੂੰ ਅੰਦਰੋਂ ਅੰਦਰ ਖਿੱਚ ਚੜ੍ਹਦੀ ਹੈ ਵੀ ਜਿਹਦੇ ਬਾਰੇ ਸਾਰਾ ਮਹੱਲਾ ਜਾਣਦਾ, ਸਾਰਾ ਪਿੰਡ ਜਾਣਦਾ ਹੈ, ਸਾਧ ਹੋ ਗਿਆ, ਘਰ-ਬਾਰ ਖਰਾਬ ਕਰਤਾ, ਖੇਤੀ ਉਜਾੜਤੀ। ਰਾਏ ਬੁਲਾਰ ਜੀ ਕਿਹੜੇ ਪਰਦੇ ਪਾਉਂਦੇ ਫਿਰਦੇ, ਆਖੋ ਸਤਨਾਮ। ਤੁਸੀਂ ਕੀ ਪੁੱਛਦੇ ਫਿਰਦੇ ਹੋ ਵੀ ਆਪਣੇ ਬਾਰੇ ਨਹੀਂ ਦੱਸਦੇ। ਪਿਤਾ ਦੇ ਅੰਦਰ ਚੱਲਦਾ ਹੈ, ਇਹੀ ਤੇ ਮਰਜ਼ ਦੀ ਮਾਇਆ ਹੈ। ਗੁਰੂ ਸਾਹਿਬ ਹੀ ਚਲਾ ਰਹੇ ਆ ਨਾ ਅੰਦਰ ਬਾਪੂ ਜੀ ਦੇ। ਤੇ ਬਾਪੂ ਜੀ ਬੈਠੇ ਅੰਦਰੋਂ ਗਮਗੀਨ ਹਨ। ਰਾਏ ਬੁਲਾਰ ਸਾਹਿਬ ਕਹਿੰਦੇ ਮਹਾਰਾਜ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ, ਤੁਸੀਂ ਪਰਦੇ ਪਾ ਕਿਉਂ ਆਪਣੇ ਆਪ ਨੂੰ ਛੁਪਾ ਕੇ ਰੱਖਦੇ ਹੋ? ਚਲੋ ਦੁਨੀਆ ਤੋਂ ਛੁਪਾਓ, ਲੱਖ ਗੱਲ ਹੈ, ਮਾਤਾ ਨੂੰ ਤੇ ਦੱਸ ਦਿਓ ਕੌਣ ਹੋ ਤੁਸੀਂ, ਬਾਪੂ ਜੀ ਨੂੰ ਤੇ ਦੱਸੋ। ਜਿਵੇਂ ਤੁਸੀਂ ਮੈਨੂੰ ਜ਼ਾਹਰ ਕਰਾਇਆ ਹੈ। ਹੱਸ ਕੇ ਮਹਾਰਾਜ ਪਤਾ ਕੀ ਕਹਿੰਦੇ, ਰਾਏ ਬੁਲਾਰ ਸਾਹਿਬ ਤੁਹਾਡੇ ਮੇਰੇ 'ਚ ਫਰਕ ਹੀ ਕੋਈ ਨਹੀਂ। ਜਿਵੇਂ ਹਮਜ਼ਾਤ ਨਾਮ ਹੈ ਪਰਛਾਵੇਂ ਦਾ, ਤੁਸੀਂ ਜਿੱਥੇ ਜਿੱਥੇ ਜਾਓਗੇ ਤੁਹਾਡਾ ਪਰਛਾਵਾ ਤੁਹਾਡੇ ਨਾਲ ਜਾਏਗਾ। ਇੱਕ ਦਿਨ ਮਾਂ ਨਹੀਂ ਹੋਏਗੀ, ਪਿਓ ਨਹੀਂ ਹੋਏਗਾ, ਭੈਣ ਨਹੀਂ ਹੋਏਗੀ, ਭਰਾ ਨਹੀਂ ਹੋਏਗੀ, ਪਤੀ ਜਾਂ ਪਤਨੀ ਨਹੀਂ ਹੋਣਗੇ। ਪਰਛਾਵਾ ਤੁਹਾਡਾ ਬੁਢਾਪੇ ਵਿੱਚ ਵੀ ਤੁਹਾਡੇ ਨਾਲ ਹੀ। ਆਖੋ ਸਤਨਾਮ। ਮਿੱਤਰ ਬਣਾਓ ਇਹਨੂੰ। ਫਿਰ ਪਰਛਾਵੇ ਤੋਂ ਵੱਡਾ ਕੋਈ ਮਿੱਤਰ ਹੈ? ਪਿੱਛੋਂ ਲਾਈਟ ਪਏ ਤੇ ਅੱਗੇ ਨੂੰ ਜਾਂਦਾ ਏ, ਅੱਗੋਂ ਪਏ ਤੇ ਪਿੱਛੇ ਰਹਿੰਦਾ। ਕਿੱਡਾ ਵੱਡਾ ਸਿਕਿਉਰਿਟੀ ਗਾਰਡ ਹੈ, ਕਿੱਡਾ ਵੱਡਾ ਸੱਜਣ ਦੋਸਤ ਹੈ ਸਾਡਾ। ਪਰ ਨਹੀਂ, ਅਸੀਂ ਕਦੇ ਮੰਨੀਏ ਹੀ ਨਹੀਂ। ਗੁਰੂ ਸਾਹਿਬ ਕਹਿੰਦੇ ਤੁਸੀਂ ਸਾਡੇ ਪਰਛਾਵੇ ਹੋ। ਪਰਛਾਵਾ ਬਣਾਉਣਾ ਇਹ ਕਹਿ ਲਓ ਜਿਵੇਂ ਫੁੱਲ ਤੋਂ ਖੁਸ਼ਬੂ ਨੂੰ ਲੱਗ ਨਹੀਂ ਕੀਤਾ ਜਾ ਸਕਦਾ। ਜਿਵੇਂ ਚਾਨਣ ਤੋਂ ਪਰਛਾਵਾਂ ਕਦੇ ਵੱਖਰਾ ਹੋ ਹੀ ਨਹੀਂ ਸਕਦਾ। ਤੁਸੀਂ ਕਹੋਗੇ ਹੋ ਜਾਏਗਾ ਜੀ, ਫਲੱਡ ਲਾਈਟਾਂ ਲਾ ਦਿਓ, ਸਟਰੀਟ ਲਾਈਟਾਂ ਜਗਾ ਦਿਓ, ਚਾਰੇ ਪਾਸੇ ਵੱਡੀਆਂ ਫੌਗ ਲਾਈਟਾਂ ਲੱਗ ਜਾਣ, ਪਰਛਾਵਾਂ ਖਤਮ ਨਹੀਂ ਦਿਸਦਾ। ਲਾਈਟ ਕਦੋਂ ਤੱਕ ਲਾ ਕੇ ਰੱਖੋਗੇ? ਸਾਰੀ ਜ਼ਿੰਦਗੀ। 2 ਘੰਟੇ, 4 ਘੰਟੇ, 8 ਘੰਟੇ, 10 ਘੰਟੇ, 6 ਮਹੀਨੇ ਚੱਲੂ, ਪਰਛਾਵਾਂ ਤੇ ਫੇਰ ਆਊਗਾ ਨਾ। ਇਹਨੇ ਖਤਮ ਨਹੀਂ ਹੋਣਾ ਜਦ ਤੱਕ ਵਜੂਦ ਨਹੀਂ ਮੁੱਕਦਾ। ਗੁਰੂ ਨਾਨਕ ਸਾਹਿਬ ਕਹਿੰਦੇ ਰਾਏ ਬੁਲਾਰ ਤੁਸੀਂ ਸਾਡੇ ਪਰਛਾਵੇ ਹੋ, ਅਸੀਂ ਤੁਹਾਡੇ ਸਿਰਨਾਵੇ ਹਾਂ। ਨੀਤ ਰਹੋ ਥਿਰ ਚੀਤ ਕਰੋ, ਔਰ ਪ੍ਰੀਤ ਪਰ ਸ਼ਰਦਾ ਸੋ ਤੁਮਾਰੇ। ਅੰਦਰ ਦੀ ਸ਼ਰਧਾ ਨੂੰ ਪ੍ਰਗਟ ਕਰੋ, ਆਪਣੀ ਪ੍ਰੀਤ ਰੱਬ ਨਾਲ ਜੋੜ ਕੇ ਰੱਖੋ ਤੇ ਸਥਿਰ ਰਹੋ। ਸਥਿਰ ਤੋਂ ਭਾਵ ਟਿਕ ਕੇ। ਵੀ ਕਿਉਂ ਮਾਤਾ ਪਿਤਾ ਦੇ ਸਾਹਮਣੇ ਕਹੀ ਜਾਂਦੇ ਹੋ ਮਰਜ ਪ੍ਰਗਟ ਨਹੀਂ ਹੁੰਦੇ, ਪ੍ਰਗਟ ਨਹੀਂ ਹੁੰਦੇ। ਇਸ਼ਾਰਾ ਕਰਤਾ ਵੀ ਤੁਹਾਨੂੰ ਅੰਦਰ ਦੀ ਕਿਹੜੀ ਤਕਲੀਫ ਹੈ? ਤੁਸੀਂ ਤੇ ਜੁੜੇ ਹੋਏ ਹੋ, ਤੁਸੀਂ ਤੇ ਸੁਲਝੇ ਹੋਏ ਹੋ। ਕਿਉਂ ਮਾਪਿਆਂ ਦੇ ਪਿੱਛੇ ਲੱਗ ਸਾਡੇ ਪਰਦੇ ਜ਼ਾਹਰ ਕਰਦੇ ਹੋ? ਮਤਲਬ ਭਾਵ ਇਹ ਸੀ ਗੁਰੂ ਸਾਹਿਬ ਦਾ। ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਇਹ ਬਚਨ ਕਹਿਤਾ ਨਾ, ਸਦਾ ਆਨੰਦ 'ਚ ਰਹੋ, ਟਿਕਾ 'ਚ ਰਹੋ। ਰਾਏ ਬੁਲਾਰ ਸਾਹਿਬ ਜੀ ਇੱਕ ਆਨੰਦ ਹੀ ਤੇ ਪਰਮਾਤਮਾ ਹੈ। ਸੁੱਖ ਇੱਕ ਬੜੀ ਛੋਟੀ ਚੀਜ਼ ਹੈ। ਜਦੋਂ ਆਪਾਂ ਕਿਸੇ ਚੀਜ਼ 'ਚ ਸੁਖੀ ਹੋਈਏ ਆਪਾਂ ਖੁਸ਼ ਹੋ ਜਾਂਦੇ ਹਾਂ। ਸੁੱਖ ਦਾ ਖੁਸ਼ੀ ਨਾਲ ਬਹੁਤ ਵੱਡਾ ਤਾਲੁਕਾਤ ਹੈ। ਹੁਣ ਜਿੱਥੇ ਖੁਸ਼ੀ ਆ ਉੱਥੇ ਗਮ ਵੀ ਹੈ, ਜਿੱਥੇ ਸੁੱਖ ਆ ਜੂਗਾ ਉੱਥੇ ਦੁੱਖ ਵੀ ਤੇ ਖੜਾ ਨਾ। ਪਰ ਜਿੱਥੇ ਆਨੰਦ ਹੈ ਦੁੱਖ ਨਹੀਂ ਹੈ, ਸੋਗ ਨਹੀਂ ਹੈ। ਜਿੱਥੇ ਅਨੰਤ ਸੋਗ ਕੁਛ ਵੀ ਨਹੀਂ, ਉਹ ਥਾਂ ਗੁਰੂ ਨਾਨਕ ਦੇ ਘਰ ਦੀ ਹੈ। ਉਹ ਥਾਂ ਗੁਰੂ ਨਾਨਕ ਸਾਹਿਬ ਦੀ ਗੋਦ ਹੈ, ਗੋਦੀ ਹੈ ਗੁਰੂ ਪਾਤਸ਼ਾਹ ਦੀ। ਜਿੱਥੇ ਕੋਈ ਦਿਨ ਨਹੀਂ, ਕੋਈ ਰਾਤ ਨਹੀਂ, ਕੋਈ ਸੁੱਖ ਨਹੀਂ, ਕੋਈ ਦੁੱਖ ਨਹੀਂ, ਕੋਈ ਭੁੱਖ ਨਹੀਂ, ਕੋਈ ਪਿਆਸ ਨਹੀਂ। ਗੁਰੂ ਸਾਹਿਬ ਕਹਿੰਦੇ ਰਾਏ ਬੁਲਾਰ ਜੀ ਛੱਡੋ ਦੁਨੀਆ ਦੀਆਂ ਗੱਲਾਂ, ਅੰਦਰ ਦਾ ਆਨੰਦ ਤੁਹਾਡਾ ਬਰਕਰਾਰ ਰਹੇ। ਇਕਸ ਪੈ ਫਰਮਾਇਸ਼ ਆਇਸ, ਜਾਂ ਸਮ ਕੋਈ ਨਾ ਆਨ ਉਧਾਰੇ। ਗੁਰੂ ਸਾਹਿਬ ਕਹਿੰਦੇ ਸਾਡੀ ਤੇ ਇੱਕੋ ਹੀ ਆਗਿਆ ਹੈ ਵੀ ਤੁਹਾਡੇ ਵਰਗਾ ਤੇ ਕੋਈ ਹੈ ਨਹੀਂ, ਤੇ ਜੇ ਕੋਈ ਹੈ ਤੇ ਦੱਸੋ, ਜੇ ਨਹੀਂ ਹੈ ਤੇ ਫਿਰ ਬਣਾਓ। ਆਖੋ ਸਤਨਾਮ। ਜਾਗ ਲਾ ਦਿਓ। ਜਿਵੇਂ ਤੁਸੀਂ ਜੁੜੇ ਹੋ ਜੋੜੋ ਸਾਰਿਆਂ ਨੂੰ, ਰੱਬ ਨਾਲ ਜੋੜੋ, ਆਪਣੇ ਨਾਲ ਨਹੀਂ। ਕਹਿੰਦੇ ਸਾਡੀ ਤੇ ਕੋਈ ਆਗਿਆ ਨਹੀਂ, ਸਾਡੀ ਤੇ ਕੋਈ ਚਾਹਤ ਨਹੀਂ, ਅਸੀਂ ਤੇ ਤੁਹਾਡੀ ਇਬਾਦਤ ਤੋਂ ਖੁਸ਼ ਹਾਂ, ਤੁਹਾਡੇ ਪ੍ਰੇਮ ਤੋਂ ਖੁਸ਼ ਹਾਂ। ਤੁਸੀਂ ਕਿੰਨਾ ਫਿਕਰ ਕਰਦੇ ਹੋ, ਕਿੰਨਾ ਪ੍ਰੇਮ ਕਰਦੇ ਹੋ। ਰਾਏ ਬੁਲਾਰ ਸਾਹਿਬ ਸਤਿਗੁਰਾਂ ਦੀ ਰਮਜ ਜਾਣ ਗਏ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਕੀ ਸਮਝਾਉਣਾ ਚਾਹੁੰਦੇ ਆ। ਗੁਰੂ ਸਾਹਿਬ ਇਸ਼ਾਰਾ ਕਰਦੇ ਆ, ਰਾਏ ਬੁਲਾਰ ਜੀ ਸਾਨੂੰ ਰੋਕੋ ਨਾ। ਜਿਸ ਮਕਸਦ ਲਈ ਅਸੀਂ ਆਏ ਆ ਨਾ ਉਹ ਤੁਹਾਨੂੰ ਵੀ ਪਤਾ ਹੈ। ਉਹ ਅਲੱਗ ਗੱਲ ਆ ਵੀ ਮਾਂ-ਬਾਪ ਸਾਡੇ ਮਕਸਦ ਨੂੰ ਨਹੀਂ ਜਾਣਦੇ, ਇਸ ਲਈ ਉਲੰਭਾ ਦੇ ਰਹੇ ਆ। ਤੁਸੀਂ ਕਿਸੇ ਦੇ ਮਕਸਦ ਨੂੰ ਨਹੀਂ ਸਮਝਦੇ ਤੇ ਤੁਹਾਨੂੰ ਬੰਦਾ ਲੱਗਦਾ ਗਲਤ, ਵੀ ਇਹ ਬੰਦਾ ਸਾਡੀ ਸੁਣਦਾ ਨਹੀਂ, ਸਾਨੂੰ ਕੁਝ ਦੱਸਦਾ ਨਹੀਂ, ਆਪਣੇ ਹਿਸਾਬ ਨਾਲ ਚੱਲਦਾ। ਦੁਨੀਆ ਤੇ ਕੋਈ ਇਹੋ ਜਿਹਾ ਮੂਰਖ ਬੰਦਾ ਨਹੀਂ ਜੋ ਆਖੇ ਮੈਂ ਜਾਣ ਬੁੱਝ ਕੇ ਡਿੱਗਣਾ, ਗਲਤ ਕਰਨਾ। ਹਰ ਬੰਦਾ ਸਿਆਣਾ ਸਮਝ ਕੇ ਖੁਦ ਨੂੰ ਸਿਆਣਪ ਕਰਦਾ ਤੇ ਦੂਜੇ ਨੂੰ ਸਿਆਣਪ ਰਾਸ ਨਹੀਂ ਆਉਂਦੀ। ਉਹ ਕਹਿੰਦਾ ਜਦੋਂ ਮੈਂ ਸਿਆਣਾ ਫਿਰ ਤੂੰ ਕਿੱਥੋਂ ਸਿਆਣਾ ਹੋ ਗਿਆ? ਤੂੰ ਤੇ ਗਲਤੀ ਆ ਨਾ। ਫਿਰ ਜੇ ਮੈਂ ਸਹੀ ਆ ਤੂੰ ਕਿਵੇਂ ਸਹੀ ਹੋ ਗਿਆ? ਜਿੱਦਣ ਆਪਣੀ ਸਿਆਣਪ ਛੱਡਤੀ ਉਦਣ ਸਮਝ ਆਉਣੀ ਹੈ
ਉਹ ਦੁਨੀਆ ਤੇ ਸਾਰੇ ਹੀ ਸਿਆਣਪ ਨੇ, ਜੇ ਕੋਈ ਝੱਲਾ ਕਮਲਾ ਉਹ ਤਾਂ ਮੈਂ ਆ। ਪਰ ਮੈਂ ਕਹਿੰਦਾ ਜੀ ਮੈਂ ਆਪਣੇ ਪੂਛ ਤੇ ਪੈਰ ਨਹੀਂ ਰੱਖਣ ਦਿੰਦਾ, ਮੇਰੇ ਤੋਂ ਵੱਧ ਸਿਆਣਾ ਤੇ ਹੈ ਹੀ ਨਹੀਂ ਦੁਨੀਆ ਤੇ ਕੋਈ। ਭੁਲੇਖਾ ਨਾ ਇੱਕ। ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਸੁਣ ਕੇ ਮਾਤਾ ਪਿਤਾ ਨੂੰ ਕੋਈ ਬਹੁਤੀ ਸਮਝ ਨਹੀਂ ਆ ਰਹੀ। ਪਿਤਾ ਬੜੇ ਹੈਰਾਨ ਨੇ। ਜਦੋਂ ਰਾਜੇ ਕੋਲ ਆ ਜਾਓ, ਰਾਜਾ ਭੋਲੀਆਂ ਜਿਹੀਆਂ ਗੱਲਾਂ ਕਰੀ ਜਾਂਦਾ ਹੁੰਦਾ, ਮਹਾਰਾਜ ਐਂ ਕਰ ਦੋ, ਮਹਾਰਾਜ ਐਂ ਕਰ ਦੋ, ਵੀ ਅਸੀਂ ਤੇ ਕਹਿੰਦੇ ਗੁਰੂ ਸਾਹਿਬ ਇੱਥੇ ਰਹਿਣ, ਤੁਸੀਂ ਇਹਨਾਂ ਦੇ ਮਿੰਨਤਾਂ ਤਰਲੇ ਕਰਦੇ ਹੋ। ਹਾਥ ਨਾਮੇ ਏਠਾਂ ਰਹਿਣੋ, ਕਰ ਧਾਰ ਅਧੀਨ ਲਖੋ ਬਿਦ ਸਾਰੇ। ਉੱਠੇ ਨੇ ਸਿੰਘਾਸਣ ਤੋਂ ਗੁਰੂ ਨਾਨਕ ਪਾਤਸ਼ਾਹ, ਹੱਥ ਜੋੜ ਕੇ ਕਹਿੰਦੇ ਰਾਏ ਬੁਲਾਰ ਸਾਹਿਬ ਜੀ ਇੱਥੇ ਰਹਿਣਾ ਮੇਰੇ ਹੱਥ ਵਸ ਨਹੀਂ ਹੈ। ਜੇ ਤੁਸੀਂ ਕਹੋ ਮੈਂ ਪਿੰਡ ਰਹਿ ਜਾ, ਮੇਰੇ ਹੱਥ ਥੋੜੀ ਹੈ। ਕਿਹਦੇ ਹੱਥ ਹੈ? ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਮਰਦ ਕਹਿੰਦੇ ਨੱਕ ਦੇ ਵਿੱਚ ਤੇਰੇ ਨੱਥ ਪਾਈ ਹੋਈ ਹੈ ਕਾਲ ਨੇ, ਖਸਮ ਦੇ ਹੱਥ 'ਚ ਡੋਰੀਓ। ਕਿਰਤ ਤੈਨੂੰ ਧੱਕੇ ਦੇ ਦੇ ਕੇ ਭੇਜਦੀ, ਨਾ ਕੋਈ ਕਿਸੇ ਨੂੰ ਨੌਕਰੀ ਦਿਵਾ ਸਕਦਾ, ਨਾ ਕੋਈ ਕੱਢ ਸਕਦਾ, ਨਾ ਰੋਟੀ ਖਵਾ ਸਕਦਾ, ਨਾ ਕੋਈ ਖਾ ਸਕਦਾ ਕਿਸੇ ਕੋਲੇ। ਨਾ ਅਸੀਂ ਕਿਸੇ ਤੇ ਅਹਿਸਾਨ ਕਰ ਸਕਦੇ ਹਾਂ ਤੇ ਨਾ ਕੋਈ ਸਾਡਾ ਅਹਿਸਾਨ ਮੰਨਣ ਲਈ ਤਿਆਰ ਹੈ। ਮੰਨਦਾ ਕੋਈ? ਕਿਸੇ ਨੂੰ ਚੰਗੇ ਕੰਮ ਲਵਾ ਦੋ, ਅਗਲਾ ਕਹਿੰਦਾ ਲੈ ਮੈਨੂੰ ਤੇ ਪਹਿਲਾਂ ਹੀ ਜਾਣਦੇ ਸੀ, ਮਾਤੀ ਦਿੰਦਾ ਅਗਲਾ ਬਾਅਦ ਚੋਂ। ਕਿਸੇ ਨੂੰ ਤੁਸੀਂ ਕਿਸੇ ਦੁਕਾਨ ਤੇ ਲਵਾਤਾ, ਕਿਸੇ ਕੰਮ ਲਵਾਤਾ, ਉਹ ਕਹਿੰਦਾ ਲੈ ਉੱਥੇ ਤੇ ਮੇਰਾ ਫਲਾਣਾ ਜਾਣ ਕਰ ਲੱਗਿਆ ਸੀ, ਉਹਨੇ ਮੈਨੂੰ ਪਹਿਲਾਂ ਹੀ ਕਿਹਾ ਸੀ ਲਵਾ ਦਿਆਂਗੇ। ਫਿਰ ਤੁਹਾਨੂੰ ਕਿਹਨੇ ਪੁੱਛੇਗਾ? ਪੁੱਛਦਾ ਕੋਈ? ਗੁਰੂ ਸਾਹਿਬ ਕਹਿੰਦੇ ਨਹੀਂ, ਇਹ ਕੌਣ ਕਰਦਾ ਹੈ? ਕਿਰਤ ਧੱਕੇ ਦੇ। ਬੰਦੇ ਦੀ ਕਿਰਤ, ਕਿਰਤ ਭਾਵ ਕੀਤੇ ਹੋਏ ਕੰਮ ਜੋ ਪਿਛਲੇ ਜਨਮਾਂ 'ਚ ਕੀਤੇ ਹੋਏ ਆ, ਉਹ ਧੱਕਾ ਦੇ ਦੇ ਤੈਨੂੰ ਭੇਜੀ ਜਾਂਦੀ ਅੱਗੇ, ਇੱਥੇ ਚੱਲ, ਉੱਥੇ ਚੱਲ, ਇੱਥੇ ਚੱਲ। ਫਿਰ ਅੱਗੇ ਮਰਗ ਲਿਖਦੇ ਜਹਾਂ ਦਾਣੇ ਦਾਣਾ ਪਾਣੀ, ਤਹਾਂ ਖਾਣੇ, ਉੱਥੇ ਖਾਣੇ ਪੈਣੇ ਆ, ਹਰ ਹਾਲ 'ਚ ਛਕਣਾ ਪੈਣਾ ਏ। ਨਾਨਕਾ ਸੱਚ ਹੈ। ਗਰੀਬ ਨਵਾਜ ਕਹਿੰਦੇ ਰਾਏ ਬੁਲਾਰ ਜੀ ਇਹ ਸੱਚ ਹੈ, ਮੇਰੇ ਵਸ ਨਹੀਂ ਮੈਂ ਰਾਏ ਭੋਏ ਦੀ ਤਲਵੰਡੀ ਵਿੱਚ ਰੁਕਾਂ। ਜਿੱਥੇ ਰੱਬ ਰੱਖਦਾ ਉੱਥੇ ਰਹਿਣਾ ਪੈਂਦਾ ਏ। ਆਨੰਦ ਮੈਂ ਹੋ ਕਰ ਬੰਧਨ ਕੀਨ ਪਦੰਗਿਆ ਰਬਿੰਦੋ। ਤੇ ਰਾਏ ਬੁਲਾਰ ਸਾਹਿਬ ਨੂੰ ਆਖਣ ਲੱਗੇ, ਕਹਿੰਦੇ ਤੁਸੀਂ ਕਿਉਂ ਚਿੰਤਾ ਕਰੀ ਜਾਂਦੇ ਹੋ, ਤੁਸੀਂ ਤੇ ਗਿਆਨੀ ਹੋ। ਸੱਚੀ ਗੱਲ ਹੈ, ਬਹੁਤ ਵੱਡਾ ਆਨੰਦ ਹੈ ਜਿੱਦਣ ਇਹ ਸਮਝ ਆ ਗਈ ਨਾ ਵੀ ਸਾਨੂੰ ਚਿੰਤਾ ਕਰਨ ਦੀ ਲੋੜ ਹੀ ਨਹੀਂ। ਪਰਮਾਤਮਾ ਨੇ ਸਾਡੇ ਜਨਮ ਵੇਲੇ ਸਾਡੇ ਮੱਥੇ ਤੇ ਸਾਡੀ ਰੋਜੀ ਰਿਜ਼ਕ ਲਿਖਿਆ ਹੋਇਆ ਹੈ। ਕੌਣ ਸਾਨੂੰ ਹਟਾ ਸਕਦਾ ਹੈ? ਕੌਣ ਸਾਨੂੰ ਲਾ ਸਕਦਾ ਹੈ? ਕੌਣ ਭੁੱਖਾ ਸਵਾ ਸਕਦਾ ਹੈ? ਜੋ ਲਿਖਿਆ ਉਹ ਮਿਲਣਾ ਹੀ ਮਿਲਣਾ ਹੈ। ਬੜੇ ਲੋਕ ਨੇ ਭੁੱਖੇ ਮਰਦੇ ਸੀ, ਅੱਜ ਅਮਰੀਕਾ ਦੇ ਵਿੱਚ ਜਾ ਕੇ ਵੇਖੋ ਕਿੱਡੇ ਕਿੱਡੇ ਬਿਜ਼ਨਸ ਨੇ। ਇੱਥੇ ਲੋਕ ਕਹਿੰਦੇ ਸੀ ਤੂੰ ਕਰ ਕੁਝ ਨਹੀਂ ਸਕਦਾ, ਤੇਰੇ ਪੱਲੇ ਕੱਖ ਨਹੀਂ, ਤੂੰ ਬੱਸ ਚੜ੍ਹ ਕੇ ਜਲੰਧਰ ਨਹੀਂ ਜਾ ਸਕਦਾ, ਯਾਰ ਤੇਰੀ ਇੰਨੀ ਗਰੀਬੀ ਹੈ। ਤੇ ਅੱਜ ਉਹ ਵੱਡੇ ਵੱਡੇ ਲੋਕ ਜਿਹੜੇ ਤਾਨੇ ਮਾਰਦੇ ਸੀ, ਪੁੱਛਦੇ ਫਿਰਦੇ, ਕਹਿੰਦੇ ਭਾਜੀ ਟਿਕਟ ਹੀ ਭੇਜ ਦਿਓ ਕਿਤੇ ਘੁੰਮਣ ਫਿਰਨ ਵਾਸਤੇ। ਹੁੰਦਾ ਨਾ ਇੱਥੇ ਸੰਸਾਰ ਤੇ ਕੋਈ ਪਤਾ ਨਹੀਂ ਪਰਮਾਤਮਾ ਨੇ ਕਿਹਦੀ ਕਿਸਮਤ ਵਿੱਚ ਕੀ ਲਿਖਿਆ ਹੈ। ਤੇ ਕੋਈ ਮਾਣ ਕਰਦਾ ਫਿਰਦਾ ਮੈਂ ਬੜਾ ਅਮੀਰ ਹਾਂ, ਧਨਾੜ ਹਾਂ, ਵੱਡਾ ਹਾਂ, ਪੈਸੇ ਵਾਲਾ ਹਾਂ। ਕੋਈ ਉਹਦੇ ਰੰਗਾਂ ਦਾ ਨਹੀਂ ਪਤਾ, ਕਦੋਂ ਹੱਥ ਠੂਠਾ ਫੜਾ ਦੇ ਆਖੋ ਸਤਨਾਮ, ਕਦੋਂ ਮੰਗਣ ਲਾ ਦੇ, ਕੱਖ ਨਹੀਂ ਪਤਾ ਉਹਦਾ। ਰਾਏ ਬੁਲਾਰ ਸਾਹਿਬ ਨੂੰ ਇਹ ਜ਼ਿਕਰ ਮਰਗ ਨੇ ਸਮਝਾ ਦਿੱਤਾ। ਪਿਤਾ ਜੀ ਪਟਵਾਰ ਖਾਨਾ ਕਰਦੇ ਰਹਿੰਦੇ ਸਾਰਾ ਦਿਨ। ਤੁਸੀਂ ਕਹਿੰਦੇ ਰਹਿੰਦੇ ਹੋ ਮਰ ਜਾ ਇੱਥੇ ਰੋਕੋ, ਮਾਪੇ ਕਹਿੰਦੇ ਜਾਣ ਨਾ ਦਿਓ। ਸੱਚੇ ਪਾਤਸ਼ਾਹ ਕਹਿੰਦੇ ਕੌਣ ਜਾਂਦਾ ਤੇ ਕੌਣ ਭੇਜਦਾ ਭਾਈ? ਕੌਣ ਜਾਂਦਾ ਹੈ? ਰੱਬ ਭੇਜਦਾ ਹੈ। ਬੜੀ ਵਾਰ ਹੁੰਦਾ ਹੈ ਬੰਦਾ ਚੰਗਾ ਭਲਾ ਘਰ ਬੈਠਾ ਹੁੰਦਾ ਹੈ, ਘਰੋਂ ਉੱਠ ਕੇ ਜਾਂਦਾ ਹੈ, ਐਕਸੀਡੈਂਟ ਹੋ ਜਾਂਦਾ, ਖਬਰ ਆ ਜਾਂਦੀ, ਕਹਿੰਦੀ ਉਹ ਤੇ ਹੈ ਹੀ ਨਹੀਂ ਜੀ, ਚੱਲ ਵਸਿਆ। ਜਾ ਕੇ ਤੇ ਸੱਟ ਵੱਜ ਜਾਂਦੀ, ਉਦੋਂ ਲੋਕ ਪਤਾ ਕੀ ਕਹਿੰਦੇ, ਤੂੰ ਨਾ ਜਾਂਦਾ, ਕਾਲੀ ਪਈ ਸੀ ਤੈਨੂੰ, ਚੰਗਾ ਭਲਾ। ਉਹ ਕਹਿੰਦਾ ਮੈਨੂੰ ਪਤਾ ਹੀ ਨਹੀਂ ਲੱਗਿਆ, ਮੈਂ ਬੈਠਾ ਬੈਠਾ ਤੁਰ ਪਿਆ ਵੀ ਚੱਲ ਜਾ ਆਉਨੇ ਆ। ਪਤਾ ਸੀ ਕਿਸੇ ਨੂੰ ਵੀ ਸੱਟ ਵੱਜੂਗੀ, ਆਹ ਹੋ ਜਾਣਾ, ਹਾਦਸਾ ਹੋ ਜਾਣਾ। ਜੇ ਪਤਾ ਹੋਵੇ ਤੇ ਕੋਈ ਘਰੋਂ ਨਿਕਲੇ। ਭਾਵ ਕੀ ਹੈ? ਜੋ ਤੁਹਾਡੀ ਕਿਰਤ ਵਿੱਚ ਲਿਖਿਆ ਹੋਣਾ ਹੀ ਹੋਣਾ ਹੈ, ਉਹਨੂੰ ਕੋਈ ਨਹੀਂ ਟਾਲ ਸਕਦਾ। ਰੱਬ ਤੋਂ ਬਿਨਾਂ ਕੋਈ ਨਹੀਂ ਟਾਲ ਸਕਦਾ। ਗੁਰੂ ਸਾਹਿਬ ਕਹਿੰਦੇ ਜਦੋਂ ਅਸੀਂ ਇੱਥੇ ਰਹਿਣਾ ਹੀ ਨਹੀਂ, ਰੋਕ ਕੌਣ ਸਕਦਾ? ਰੋਕ ਸਕਦਾ ਕੋਈ? ਨਹੀਂ। ਇੱਥੇ ਤੇ ਜੇਲ੍ਹਾਂ ਵਿੱਚ ਡੱਕੇ ਕੈਦੀ ਜੇਲ੍ਹ 'ਚ ਨਹੀਂ ਰਹਿੰਦੇ। ਰੋਕੇ ਹੋਏ ਰਿਸ਼ਤੇ ਕਦੇ ਰੁਕਦੇ ਨਹੀਂ। ਦੁਨੀਆ ਤੇ ਰੁਕਦਾ ਕੀ ਹੈ? ਤੁਸੀਂ ਲੋਕਾਂ ਤੇ ਜ਼ੋਰ ਲਾਈ ਚਲੋ, ਆਪਣੇ ਧੀ ਪੁੱਤ ਤੁਹਾਡੇ ਕੀ ਕਰਦੇ ਫਿਰਦੇ ਤੁਹਾਨੂੰ ਪਤਾ ਹੈ? ਟੀਚਰ ਲੋਕਾਂ ਦੇ ਬੱਚਿਆਂ ਨੂੰ ਪੜ੍ਹਾਉਂਦੇ ਫਿਰਦੇ, ਪੁੱਤ ਆਹ ਪੜ੍ਹੋ ਆਹ ਪੜ੍ਹੋ, ਆਪਣਾ ਕਈ ਵਾਰ ਸਮੈਕ ਪੀਂਦਾ ਫਿਰਦਾ ਹੁੰਦਾ। ਟੀਚਰ ਸਮਝਾ ਰਹੇ ਆ ਦੂਜਿਆਂ ਨੂੰ, ਪਿਓ ਕਿਸੇ ਦੇ ਬੱਚੇ ਨੂੰ ਮੱਤ ਦਿੰਦਾ ਤੇ ਆਪਣਾ ਮੀਟ ਸ਼ਰਾਬ ਵਰਤੀ ਜਾਂਦਾ। ਪਤਾ ਤੇ ਹੈ ਨਹੀਂ ਨਾ। ਉਹ ਕਹਿੰਦਾ ਨਹੀਂ ਮੇਰੇ ਬੱਚੇ ਹੱਥ ਨਹੀਂ ਲਾਉਂਦੇ, ਚੋਰੀ ਕੀ ਕੁਛ ਕਰਦਾ ਤੁਹਾਨੂੰ ਕੀ ਪਤਾ ਹੈ? ਭਾਵ
ਤੁਸੀਂ ਕਦੇ ਕਿਸੇ ਦੇ ਪਹਿਰੇਦਾਰ ਬਣ ਹੀ ਨਹੀਂ ਸਕਦੇ। ਆਪਾਂ ਸੰਭਾਲੀਏ। ਗੁਰੂ ਸਾਹਿਬ ਦਾ ਇਹ ਬਚਨ ਸੁਣ ਕੇ ਨਾ ਸਤਿਗੁਰਾਂ ਦੇ ਚਾਚਾ ਲਾਲ ਚੰਦ ਜੀ ਚੁੱਪ ਹੋ ਗਏ। ਉਹ ਜਾਣ ਗਏ ਵੀ ਇਹਨਾਂ ਨੂੰ ਹੁਣ ਅਸੀਂ ਚਾਹ ਕੇ ਵੀ ਰੋਕ ਨਹੀਂ ਸਕਦੇ। ਆਖੋ ਸਤਨਾਮ। ਜਦੋਂ ਗੱਲ ਹੀ ਰੱਬ ਤੇ ਛੱਡਤੀ, ਰੱਬ ਅੱਗੇ ਕਿਸੇ ਦਾ ਜ਼ੋਰ ਕੀ ਹੈ। ਟੁੱਟ ਗਏ ਭਵ ਬੰਧਨ ਜਾਸ ਕੇ, ਮਤ ਭਇਓ ਮਕਰੰਦ ਮਲਿੰਦੋ। ਗੁਰੂ ਸਾਹਿਬ ਆਖਣ ਲੱਗੇ ਜਿਨ੍ਹਾਂ ਦੇ ਬੰਧਨ ਟੁੱਟ ਗਏ ਨਾ ਰਾਏ ਬੁਲਾਰ ਜੀ ਅੰਦਰ ਦੇ, ਉਹਨਾਂ ਨੂੰ ਕੋਈ ਫਰਕ ਨਹੀਂ। ਉਹ ਜੰਗਲ ਵਿੱਚ ਬੈਠੇ ਆ, ਮਹਿਲ ਵਿੱਚ ਬੈਠੇ ਆ, ਇੱਕ ਸਮਾਨ ਹੀ ਤੇ ਹੈ, ਇੱਕ ਸਮਾਨ ਹੀ ਆ ਸਾਰਾ ਕੁਝ। ਦੁਨਿਆਵੀ ਬੰਦੇ ਨੂੰ ਫਰਕ ਹੈ। ਰਾਏ ਬੁਲਾਰ ਜੀ ਨੇ ਹੱਥ ਜੋੜ ਲਏ ਵੀ ਸੱਚੇ ਪਾਤਸ਼ਾਹ ਅੰਦਰੋਂ ਅਰਦਾਸ ਕਰਦੇ ਨੇ, ਮੈਥੋਂ ਗੁਸਤਾਖੀ ਹੋ ਗਈ, ਅੱਜ ਤੋਂ ਬਾਅਦ ਮੈਂ ਵੀ ਨਹੀਂ ਆਖਣਾ ਵੀ ਤੁਸੀਂ ਇੱਥੇ ਰੁਕ ਜਾਓ। ਅੰਦਰ ਮੰਨਦਾ ਸਿਰਫ ਇੱਕ ਮਜਬੂਰੀ ਬਸ। ਕਹਿੰਦੇ ਆ ਸਤਿਗੁਰਾਂ ਦੇ ਮਾਤਾ ਪਿਤਾ ਬੈਠੇ ਹਮਦਰਦੀ ਕਰਦੇ ਆ। ਰਾਜਾ ਨਾ, ਫਿਰ ਰਾਜੇ ਦਾ ਕੰਮ ਹੈ ਇਨਸਾਫ ਦੇਣਾ, ਦੋਨੇ ਧਿਰਾਂ ਦੀ ਗੱਲ ਸੁਣਨੀ। ਕੋਈ ਆ ਕੇ ਸ਼ਿਕਾਇਤ ਕਰੇ ਮੈਂ ਦੁਖੀ, ਉਹ ਕਹਿੰਦਾ ਆ ਜਾ ਭਾਈ ਬਹਿ, ਤੂੰ ਆਪਣਾ ਦੱਸ, ਤੂੰ ਆਪਣਾ ਦੱਸ। ਪਰ ਉਹ ਬੇਵੱਸ ਹੋ ਕੇ ਆਖਣ ਲੱਗੇ ਪਾਤਸ਼ਾਹ ਤੇਰੀਆਂ ਮੌਜਾਂ ਨੇ, ਤੇਰੇ ਹੀ ਰੰਗ ਨੇ, ਉਹ ਸਭ ਹੀ ਨਿਆਰੇ ਨੇ। ਲੀਏ ਰਸ ਤੂਸ਼ਨ ਹੋਏ ਰਹਿਓ, ਨਿਜ ਰੂਪ ਜੋ ਆਦ ਹਿਰਦੈ ਸੁਧ ਬਿੰਦੋ। ਪਾਤਸ਼ਾਹ ਕਹਿੰਦੇ ਭਾਈ ਤੇਰਾ ਮੇਰਾ ਰੂਪ ਆਦ ਕਾਲ ਤੋਂ ਹੈ, ਇਹਨੂੰ ਕੋਈ ਦੁਖੀ ਨਹੀਂ ਕਰ ਸਕਦਾ, ਕੋਈ ਸੁਖੀ ਨਹੀਂ ਕਰ ਸਕਦਾ। ਸਾਨੂੰ ਦੁਖੀ ਕੌਣ ਕਰਦਾ ਦੁਨੀਆ ਤੇ? ਕਰਦਾ ਜੀ ਕੋਈ? ਇੱਕ ਭੁਲੇਖਾ ਹੈ, ਮੈਨੂੰ ਉਹ ਦੁਖੀ ਕਰਦਾ, ਮੈਨੂੰ। ਅਸੀਂ ਆਪਣੇ ਆਪ ਤੋਂ ਦੁਖੀ ਹਾਂ, ਆਪਣੇ ਆਪ ਤੋਂ ਹਰ ਬੰਦਾ ਪਰੇਸ਼ਾਨ ਹੈ। ਬਸ ਕਾਰਨ ਅਸੀਂ ਕਿਸੇ ਹੋਰ ਨੂੰ ਬਣਾ ਕੇ ਬਦਨਾਮ ਕਰ ਦਈਦਾ, ਬੁਰਾ ਅਸੀਂ ਕਿਸੇ ਹੋਰ ਨੂੰ ਬਣਾ ਦਿੰਦੇ ਹਾਂ। ਦੁਖੀ ਤਾਂ ਅਸੀਂ ਆਪੇ ਤੋਂ ਹਾਂ, ਜਨਮਾਂ ਜਨਮਾਂ ਤੋਂ, ਅੱਜ ਦੇ ਥੋੜ੍ਹੀ ਆ। ਰਾਏ ਬੁਲਾਰ ਜੀ ਨੇ ਜਦੋਂ ਬਚਨ ਸਾਰੇ ਸੁਣੇ, ਕਹਿੰਦੇ ਮਹਾਰਾਜ ਮੈਂ ਸਭ ਕੁਝ ਮੰਨਿਆ, ਪਰ ਇੱਕ ਚੀਜ਼ ਤੇ ਹੈ ਵੀ ਸੇਵਾ ਦਾ ਮੌਕਾ ਤੇ ਦੇ ਦਿਓ। ਆਪ ਜੀ ਜਿੱਥੇ ਮਰਜ਼ੀ ਵਿਚਰੋ, ਮੈਨੂੰ ਫਰਕ ਨਹੀਂ, ਕਿਉਂਕਿ ਹਿਰਦੇ ਤੋਂ ਇੱਕ ਹਾਂ। ਪਰ ਮੈਨੂੰ ਸਕੂਨ ਤੇ ਤਾਂ ਮਿਲਣਾ ਵੀ ਮੈਂ ਆਪਣੇ ਹੱਥੀ ਇਸ ਉਮਰ ਦੇ ਵਿੱਚ ਵੀ ਤੁਹਾਡੇ ਲਈ ਕੁਝ ਕਰ ਸਕਾਂ। ਪ੍ਰਾਪਤ ਪੂਰਨ ਤਾਂ ਸੁਖ ਕੋ, ਕਮਲਾਨਨ ਹੀਰ ਗੁਰੂ ਜੁਗ ਬਿੰਦੋ। ਗੁਰੂ ਨਾਨਕ ਸਾਹਿਬ ਮਹਾਰਾਜ ਉੱਠ ਪਏ, ਮੁਸਕਰਾ ਪਏ ਰਾਏ ਬੁਲਾਰ ਜੀ ਨੂੰ ਵੇਖ ਕੇ, ਤੇ ਰਾਏ ਬੁਲਾਰ ਸਾਹਿਬ ਉੱਠ ਪਏ ਸਤਿਗੁਰਾਂ ਨੂੰ ਵੇਖ ਕੇ। ਕਹਿੰਦੇ ਪਾਤਸ਼ਾਹ ਅੰਦਰ ਤੇ ਆਨੰਦ ਘਣਾ ਹੈ, ਅੰਦਰ ਤੇ ਆਨੰਦ ਬੜਾ ਹੈ, ਕਦੇ ਵੀ ਮੈਂ ਤੁਹਾਨੂੰ ਚੇਤੇ ਤੋਂ ਬਗੈਰ ਨਹੀਂ ਰੱਖਦਾ। ਉਹ ਕਦੇ ਸਾਈਂ ਨਹੀਂ ਇਹੋ ਜਿਹਾ ਆਇਆ ਵੀ ਜਿੱਦਣ ਤੁਹਾਡਾ ਖਿਆਲ ਹੀ ਨਾ ਹੋਵੇ ਤੁਸੀਂ ਵਿਸਰ ਗਏ ਹੋ। ਇਹ ਤੇ ਪ੍ਰੇਮ ਦੀ ਨਿਸ਼ਾਨੀ ਹੈ ਗੁਰੂ ਸਾਹਿਬ ਦੀ। ਪਰ ਹੁਣ ਮਾਤਾ ਪਿਤਾ ਫੇਰ ਵਰਾ ਕਰਨ ਲੱਗ ਪਏ। ਸਤਿਗੁਰਾਂ ਦੇ ਮਾਤਾ ਜੀ ਉੱਚੀ ਉੱਚੀ ਭੁੱਬਾਂ ਮਾਰ ਕੇ ਰੋਏ ਵੀ ਰਾਜਨ ਅਸੀਂ ਤੇ ਤੇਰੇ ਕੋਲ ਆਏ ਸੀ ਇਨਸਾਫ ਦੀ ਮੰਗ ਲੈ ਕੇ, ਵੀ ਸ਼ਾਇਦ ਤੁਸੀਂ ਕੁਝ ਪੱਲੇ ਪਾਓਗੇ। ਤੁਸੀਂ ਤੇ ਨਾਨਕ ਜੀ ਨਾਲ ਹੀ ਰਲ ਗਏ, ਕਰੋ ਕੁਛ। ਰਾਏ ਬੁਲਾਰ ਸਾਹਿਬ ਅੰਦਰੋਂ ਅਰਦਾਸਾਂ ਕਰਦੇ, ਬਾਬਾ ਹੁਣ ਤੂੰ ਹੀ ਬਚਾ ਲਾ। ਆਖੋ ਸਤਨਾਮ। ਮਰਤ ਜੋ ਤੱਕ ਤੁਸੀਂ ਗਿਆਨ ਹੀ ਨਹੀਂ ਬਖਸ਼ਦੇ, ਇਹਨਾਂ ਨੇ ਇਦਾਂ ਹੀ ਰਹਿਣਾ। ਪਰ ਗੁਰੂ ਸਾਹਿਬ ਨੇ ਇਸ਼ਾਰਾ ਕਰ ਦਿੱਤਾ ਸੀ, ਵਕਤ ਆਏਗਾ ਗਿਆਨ ਵੀ ਹੋ ਜਾਣਾ ਏ। ਕਰਨਾ ਬੋ ਕੀਨ ਨਿਹਾਲ ਕਰਿਓ, ਜੇ ਕੇ ਸਮਈਤ ਨ ਹੈ ਬਿਬ ਕੋਈ। ਸਤਿਗੁਰ ਕਹਿੰਦੇ ਬਾਦਸ਼ਾਹ ਜੀ ਰਾਜਨ ਜੀ ਮੈਨੂੰ ਆਗਿਆ ਦਿਓ, ਮੈਂ ਚੱਲਾਂ। ਮਾਪਿਆਂ ਨੂੰ ਪੈ ਗਿਆ ਫਿਕਰ ਵੀ ਅਸੀਂ ਤੇ ਉਸੇ ਮੋੜ ਤੇ ਖੜੇ ਆ ਜਿੱਥੇ ਪਹਿਲਾਂ ਸੀ। ਜਦ ਵੀ ਆਈਏ ਰਾਏ ਬੁਲਾਰ ਸਾਹਿਬ ਹੱਕ ਜਾ ਕੇ ਕਹਿ ਨਹੀਂ ਸਕਦੇ, ਮਹਾਰਾਜ ਖਬਰਦਾਰ ਜੇ ਗਈ ਇੱਥੋਂ ਬਾਹਰ। ਰਾਜਾ ਹੈ ਪਰ ਉਹ ਪ੍ਰੇਮੀ ਇੰਨੇ ਨੇ, ਉਹ ਕਹਿੰਦੇ ਮਹਾਰਾਜ ਮੈਨੂੰ ਸੇਵਾ ਦਾ ਮੌਕਾ ਦੇ ਦਿਓ। ਪਿਤਾ ਜੀ ਨੂੰ ਕਿਤੇ ਕਿਤੇ ਗੁੱਸਾ ਆਉਂਦਾ ਅੰਦਰੋਂ ਵੀ ਰਾਜਨ ਤੇਰੀਆਂ ਕਮਜ਼ੋਰੀਆਂ ਕਰਕੇ ਸਭ ਕੁਝ ਹੋ ਰਿਹਾ। ਆਖੋ ਸਤਨਾਮ। ਜੇ ਤੂੰ ਬੰਦਸ਼ ਲਾਈ ਹੋਵੇ ਵੀ ਜਾ ਕੇ ਵਿਖਾ। ਰਾਜਾ ਹੈ ਪਰ ਉਹ ਕਿੱਦਾਂ ਸਮਝਣ ਰਾਏ ਬੁਲਾਰ ਸਾਹਿਬ ਦਾ ਦਿਲ ਤੇ ਹਿਰਦਾ, ਕਿਉਂਕਿ ਪਿਤਾ ਜੀ ਦਾ ਹਿਰਦਾ ਗੁਰੂ ਸਾਹਿਬ ਨੇ ਕਠੋਰ ਬਣਾਇਆ ਹੋਇਆ। ਰੱਬ ਕਦੇ ਵੀ ਕਿਸੇ ਦੇ ਦਿਲ ਨੂੰ ਕਠੋਰ ਨਾ ਬਣਾਵੇ। ਕਸਾਈ ਦਾ ਦਿਲ ਕਠੋਰ ਹੁੰਦਾ ਹੈ, ਮਾਸ ਖਾਣ ਵਾਲੇ ਦਾ ਦਿਲ ਕਠੋਰ ਹੁੰਦਾ ਹੈ। ਕੱਲਾ ਮਾਸ ਨਹੀਂ ਬਾਹਰ ਦਾ, ਗਰੀਬ ਦਾ ਹੱਕ ਖਾਣ ਵਾਲੇ ਦਾ ਦਿਲ ਵੀ ਕਠੋਰ ਹੁੰਦਾ ਹੈ। ਵਰਨਾ ਜਿਹੜਾ ਨਰਮ ਦਿਲ ਦਾ ਬੰਦਾ ਹੋਊਗਾ ਨਾ, ਉਹ ਰਿਕਸ਼ੇ ਵਾਲੇ ਨੂੰ ਵੇਖਦਾ, ਵਿਚਾਰਾ ਵੇਖ ਸਾਨੂੰ 4 ਜਣਿਆਂ ਨੂੰ 2 ਜਣਿਆਂ ਨੂੰ ਕਿੰਨੀ ਗਰਮੀ 'ਚ ਖਿੱਚੀ ਜਾਂਦਾ, ਇਹਨੇ 50 ਮੰਗੇ ਆ। ਉਹ ਸ਼ਾਬਾਸ਼ ਦੇ ਕੇ ਰੁਪਈਏ 70 ਫੜਾਉਂਦਾ, ਕਹਿੰਦਾ ਖੁਸ਼ ਰਹਿ। ਤੇ ਮਾਸ ਖਾਣਾ ਗਾਉਣਾ ਹੈ, ਉਹ ਕਹਿੰਦਾ ਭਾਈਆ ਜੀ ਲੂਟ ਮਚਾ ਰੱਖੀ ਹੈ ਤੂਨੇ। ਹਿੰਦੀ ਪੰਜਾਬੀ ਇਹੋ ਜਿਹੀ ਹੁੰਦੀ ਫਿਰ ਚੰਦੂ ਮਾਜਰੇ ਵਾਲੀ, ਆਹ ਜਿਹਾ ਕੰਮ ਚੱਲਦਾ। ਤੂੰ 50 ਰੁਪਏ ਮੰਗੀ ਜਾਂਦਾ, ਫਲਾਣਾ 10 ਰੁਪਏ 'ਚ ਹੈ। ਵੀ ਜੇ ਤੇਰਾ ਬਸ ਚੱਲੇ ਤੂੰ ਤੇ 10 'ਚ ਰਿਕਸ਼ਾ ਖਰੀਦ ਲੈ। ਆਖੋ ਸਤਨਾਮ। ਜੇ ਤੇਰਾ ਬਸ ਚੱਲੇ, ਤੂੰ ਤੇ ਖੂਨ ਪੀਣ ਤੇ ਆਇਆ ਹੋਇਆ। ਤੇ ਮਾਲ ਵਿੱਚ ਜਾਵਾਂਗੇ, ਪੀਜ਼ਾ ਖਾਣ ਚੱਲੇ ਆ ਨਾ ਜਦੋਂ,
ਉਹ ਇੰਨੇ ਵਾਲੇ ਆਰਡਰ ਕਰਦੇ, ਆ ਵੀ ਆਉਣ ਦੇ ਉਹ ਵੀ। ਉੱਥੇ ਕੀ ਹੈ, ਦਿਖਾਵਾ ਕਰਨਾ, ਮੈਂ ਬੜਾ ਅਮੀਰ ਬੰਦਾ, ਮੇਰਾ ਖਾਣਾ ਬੜਾ ਵਧੀਆ ਹੈ। ਤੇ ਜਦ ਕਿਸੇ ਗਰੀਬ ਕੋਲ ਆ ਗਏ, ਉਹ ਕਹੂਗਾ ਮੈਨੂੰ 350 ਦਿਹਾੜੀ ਚਾਹੀਦੀ, ਕਹਿੰਦਾ ਲੈ ਛੱਡ 150 ਤੇ ਕੰਮ ਹੁੰਦਾ, ਨਿਬੇੜ ਕੇ ਪਰਾਂ ਕਰ। ਇਹ ਕੀ ਹੈ, ਖੂਨ ਪੀਣ ਵਾਲੀ ਜੋਕ। ਤੇ ਜਦੋਂ ਜੋਕ ਖੂਨ ਪੀਂਦੀ ਹੈ ਤੇ ਜੋਕ ਦਾ ਕਦੇ ਹਾਲ ਵੇਖਿਓ, ਉਸੇ ਖੂਨ ਨਾਲ ਫਟ ਜਾਂਦੀ ਹੈ, ਸਰੀਰ ਪਟ ਜਾਂਦਾ ਹੈ। ਜਦ ਕੋਈ ਮਾਸ ਖਾਂਦਾ ਹੈ, ਕਿਸੇ ਗਰੀਬ ਦਾ ਖੂਨ ਚੂਸਦਾ ਹੈ, ਪਾਪ ਕਰਦਾ ਹੈ, ਕਠੋਰ ਹੁੰਦਾ ਹੈ। ਸੱਚੀ ਕਠੋਰ ਬੰਦਾ ਇੱਕ ਦਿਨ ਕੱਲਾ ਬਹਿ ਬਹਿ ਰੋਂਦਾ, ਉਦੋਂ ਕੋਈ ਉਹ 'ਤੇ ਤਰਸ ਨਹੀਂ ਕਰਦਾ। ਅਗਲਾ ਕਹਿੰਦਾ ਜਦ ਤੇਰੇ 'ਤੇ ਸਮਾਂ ਸੀ ਤੂੰ ਕਿਤੇ ਤਰਸ ਕੀਤਾ ਹੈ। ਉਹ ਰਿਸ਼ਤੇ ਗਵਾ ਬਹਿੰਦਾ ਆਪਣੇ ਸਾਰੇ। ਉਹ ਜਿਹਦੇ ਕੋਲ ਰੋਂਦਾ ਅਗਲਾ ਕਹਿੰਦਾ ਹੁਣ ਮੈਂ ਕੀ ਕਰਾਂ, ਮਾੜੇ ਟਾਈਮ ਤੇ ਤੂੰ ਸਾਨੂੰ ਵੀ ਗਾਲਾਂ ਕੱਢਦਾ ਸੀ, ਤੂੰ ਸਾਨੂੰ ਵੀ ਅੱਖਾਂ ਕੱਢਦਾ ਸੀ, ਤੇਰੇ ਬੋਲੇ ਬੋਲ ਚੁੱਭਦੇ ਸਾਨੂੰ। ਕਠੋਰ ਹਿਰਦਾ ਰੱਬ ਕਿਸੇ ਦਾ ਨਾ ਬਣਾਵੇ। ਸਿੱਖ ਤੇ ਕਠੋਰਪਣ ਕਦੇ ਇਕੱਠਾ ਹੋ ਹੀ ਨਹੀਂ ਸਕਦਾ। ਸਿੱਖ ਕੋਮਲ ਕਲੀ ਹੈ ਫੁੱਲ ਦੀ, ਦੂਜੇ ਦਾ ਦੁੱਖ ਵੇਖ ਰੋ ਪੈਂਦਾ ਹੈ, ਦੂਜੇ ਦੀ ਭੁੱਖ ਵੇਖ ਤੜਫ ਜਾਂਦਾ ਓ। ਤੇ ਅੱਜ ਸਾਡੇ ਸਿੱਖ ਕਿਹੜੇ ਆ ਜੀ, ਅਸੀਂ ਤੇ ਮਸੰਦ ਇਕੱਠੇ ਹੋਏ ਫਿਰਦੇ ਆ। ਅਸੀਂ ਕਹਿੰਦੇ ਆ ਇਹਦੇ ਘਰ ਰੋਟੀ ਕਿਉਂ ਪੱਕਦੀ ਜੇ ਇਹਦਾ ਘਰ ਵੀ ਮੈਂ ਹੀ ਖਰੀਦ ਲਾਂ। ਇਹ ਬੰਦਾ ਕਿਰਤ ਕਿਉਂ ਕਰਦਾ ਜਿਹਨੂੰ ਨੌਕਰੀ ਤੋਂ ਹਟਾ ਦਿਆਂ। ਇਹ ਮਸੰਦਾਂ ਵਾਲੀ ਬਿਰਤੀ ਦੀ ਦੌਰ ਕਿਹਦੀ ਹੈ। ਇਹੀ ਲੱਛਣ ਕਰਦੇ ਸੀ ਅਨੰਦਪੁਰ ਵਿੱਚ ਰਹਿਣ ਵਾਲੇ ਮਸੰਦ ਗੁਰੂ ਕਲਗੀਧਰ ਪਾਤਸ਼ਾਹ ਦੇ ਕੋਲ। ਤੇ ਇਹ ਤੇ ਮਰਜ਼ ਕੋਲ ਰਹਿ ਕੇ ਕਰੀ ਗਏ, ਤੇ ਸਾਨੂੰ ਕਾਹਦਾ ਡਰ ਆ ਫਿਰ। ਅਸੀਂ ਉਹੀ ਹਾਂ, ਮੰਨਣਾ ਪੈਣਾ ਇੱਕ ਦਿਨ। ਸਿੱਖ ਦਾ ਹਿਰਦਾ ਐਸਾ ਹੈ, ਉਹ ਤੁਰਿਆ ਜਾਂਦਾ ਸੜਕ ਤੇ, ਉਹਨੂੰ ਲੱਗਿਆ ਵੀ ਇਹ ਬੰਦਾ ਭੁੱਖਾ ਪਿਆਸਾ ਜਾਂ ਦੁਖੀ ਬੈਠਾ, ਉਹ ਖੜ ਕੇ ਪੁੱਛਦਾ ਹੈ, ਕਹਿੰਦਾ ਭਰਾਵਾ ਕੁਝ ਖਾਧਾ ਹੈ? ਨਹੀਂ ਖਾਧਾ, ਫੜ ਬਸ ਤੂੰ ਛਕ ਲੈ। ਇਹ ਦਿਲ ਹੈ ਸਿੱਖ ਦਾ। ਤੇ ਮੇਰੇ ਵਰਗਾ ਘਰੇ ਕੋਈ ਆਵੇ ਰੋਟੀ ਖਾਣ, ਉਹ ਕਹਿੰਦਾ ਯਾਰ ਜੇ ਚਾਹ ਨਾਲ ਹੀ ਸਰ ਜੇ, ਪਾਣੀ ਨਾਲ ਹੀ ਸਰ ਜੇ, ਕਈ ਤੇ ਪੁੱਛਦੇ ਵੀ ਨਹੀਂ ਅੱਜ। ਐਡਾ ਕਠੋਰ ਦਿਲ। ਪਰ ਰਾਏ ਬੁਲਾਰ ਸਾਹਿਬ ਦਾ ਦਿਲ ਕਿੰਨਾ ਸੌਫਟ ਹੈ, ਕਿੰਨਾ ਨਰਮ ਹੈ। ਪਿਤਾ ਜੀ ਤੇ ਮਰਦ ਨੇ ਕਠੋਰਤਾ ਬਖਸ਼ੀ, ਇਸੇ ਕਰਕੇ ਪਿਤਾ ਨੂੰ ਪੁੱਤ ਦਾ ਦਾਨ ਕੀਤਾ ਚੰਗਾ ਨਹੀਂ ਲੱਗਦਾ, ਚੁੱਪਦਾ ਹੈ। ਓਏ ਫਕੀਰਾਂ ਪਿੱਛੇ ਫਿਰਦਾ, ਸਾਧਾਂ ਪਿੱਛੇ ਫਿਰਦਾ ਹੈ। ਇਹ ਖੇਡਾਂ ਗੁਰੂ ਨਾਨਕ ਸਾਹਿਬ ਮਰਦ ਦੀਆਂ ਨੇ। ਸਤਿਗੁਰਾਂ ਦੇ ਪਿਤਾ ਜੀ ਇੱਕ ਮਹਾਨ ਹਸਤੀ ਨੇ, ਪਰ ਗੁਰੂ ਸਾਹਿਬ ਨੇ ਇੱਕ ਭਰਮ ਪਾ ਕੇ, ਇੱਕ ਪਰਦਾ ਪਾ ਕੇ ਵਿਖਾਇਆ। ਰੱਬ ਨੇ ਤੇ ਆਪਣੇ ਮਾਪਿਆਂ ਨੂੰ ਭੇਦ ਨਹੀਂ ਦਿੱਤਾ। ਬੰਦਿਆ ਤੂੰ ਕਹੇ ਮੈਂ ਰੱਬ ਨੂੰ ਸਮਝ ਲੂੰ, ਤੂੰ ਚੀਜ਼ ਕੀ ਆ? ਆਖੋ ਸਤਨਾਮ। ਕੀ ਆ ਤੇਰੇ ਬੱਲੇ? ਹਾਂ, ਜਿਹਨੂੰ ਉਹ ਜਣਾਵੇ ਨਾ ਉਹੀ ਉਹ ਜਾਣ ਸਕਦਾ ਏ। ਪੁਨ ਹੋਏ ਬਿਦਾ ਤੈਂ ਧੀ ਉਠ ਸ੍ਰੀ ਗੁਰ, ਆਏ ਗਏ ਕਰ ਜਾਮਨ ਹੋਈ। ਰਾਏ ਬੁਲਾਰ ਨੂੰ ਮੱਥਾ ਟੇਕ ਸਤਿਗੁਰ ਘਰੇ ਆ ਗਏ, ਕੋਈ ਬਚਨ ਨਹੀਂ ਆਖਿਆ। ਪਿਤਾ ਜੀ ਬਹੁਤ ਉਦਾਸ ਨੇ ਵੀ ਹੁਣ ਨਹੀਂ ਰੁਕਦਾ, ਬੜਾ ਰੋਕ ਲਿਆ। ਜੇ ਰਾਜਾ ਨਹੀਂ ਰੋਕ ਸਕਿਆ, ਅਸੀਂ ਆਪਣੇ ਪੁੱਤ ਨੂੰ ਕਿੱਥੋਂ ਰੋਕਾਂਗੇ? ਕਿਉਂਕਿ ਆਉਣ ਵੇਲੇ ਮਰਜ਼ ਕਿਸੇ ਨੂੰ ਨਹੀਂ ਮਿਲ ਕੇ ਆਏ, ਚੁੱਪ ਚਪੀਤੇ ਆ ਗਏ, ਜਿੱਦਾਂ ਜਾਣਦੇ ਨਹੀਂ ਹੁੰਦੇ, ਮੋਹ ਹੀ ਨਹੀਂ ਹੈ ਕਿਸੇ ਨਾਲ। ਰਾਏ ਬੁਲਾਰ ਸਾਹਿਬ ਦੇ ਕੋਲ ਪਿਤਾ ਜੀ ਬੈਠੇ ਰਹੇ, ਚਾਚਾ ਜੀ ਬੈਠੇ ਰਹੇ। ਕਹਿੰਦੇ ਰਾਜਨ ਦੱਸੋ ਕੁਛ। ਨਾਨਕ ਜੀ ਤੇ ਘਰ ਚਲੇ ਗਏ, ਇਹ ਨਾ ਹੋਵੇ ਸਾਡੇ ਜਾਣ ਤੋਂ ਪਹਿਲਾਂ ਚਲੇ ਜਾਣ ਜਾਂ ਸਵੇਰੇ ਚਲੇ ਜਾਣ, ਅਸੀਂ ਹੁਣ ਕਿਵੇਂ ਰੋਕੀਏ? ਵਿਛਰਿਓ ਨਾ ਚਾਹੇ ਕਛੇ ਹੱਥ ਨਹੀਂ ਨਿਜ, ਜਾਂ ਬਿਦ ਸੋ ਟਿਗ ਰੂਪ ਅਲੋਈ। ਅੱਜ ਪਿਤਾ ਜੀ ਭੁੱਬਾ ਮਾਰ ਮਾਰ ਕੇ ਰੋਏ ਰਾਜੇ ਕੋਲ। ਕਹਿੰਦੇ ਸਾਡੇ ਹੱਥ ਵੱਸ ਕੁਛ ਨਹੀਂ ਹੈ, ਅਸੀਂ ਬੇਵੱਸ ਹਾਂ। ਸਾਨੂੰ ਪਤਾ ਹੈ ਸਾਡੇ ਪੁੱਤ ਨੇ ਸਾਡਾ ਕਹਿਣਾ ਮੰਨਣਾ ਹੀ ਨਹੀਂ। ਹਰੇਕ ਬੰਦਾ ਦੁਖੀ ਹੈ ਇੱਥੇ। ਜੱਡਾ ਮਰਜੀ ਕੋਈ ਪੈਂਟ ਪਾਈ ਫਿਰਦਾ, ਸੋਹਣੀ ਜੀ ਬੈਲਟ ਲਾਈ ਫਿਰਦਾ, ਟਾਈ ਲਾਈ, ਬੰਦਾ ਬੜਾ ਸੁਖੀ ਆ। ਉਹ ਸੁਖੀ ਸਾਖੀ ਕੋਈ ਨਹੀਂ, ਕੋਲ ਬਹਿ ਕੇ ਪੁੱਛ ਤੇ ਸਹੀ। ਉਹ ਕਹਿੰਦਾ ਹੈ ਪੱਖੇ ਨੇ ਭਾਰ ਨਹੀਂ ਝੱਲਣਾ, ਮੈਂ ਤੇ ਕਦੋਂ ਤਾਂ ਮਰ ਜਾਂਦਾ। ਮੈਂ ਮਰਾਂ ਕਿੱਥੇ, ਮੈਨੂੰ ਤਾਂ ਥਾਂ ਹੀ ਨਹੀਂ ਮਿਲਦਾ, ਜ਼ਿੰਮੇਵਾਰੀਆਂ ਬੜੀਆਂ, ਮੈਂ ਦੁਖੀ ਬੜਾ, ਮੈਂ ਪਰੇਸ਼ਾਨ ਬੜਾ। ਪਿਤਾ ਜੀ ਰੋ ਕੇ ਆਖਣ ਲੱਗੇ, ਕਹਿੰਦੇ ਰਾਏ ਬੁਲਾਰ ਸਭ ਕੀ ਬਣੂਗਾ? ਅੱਗੋਂ ਪਤਾ ਕੀ ਕਹਿੰਦੇ? ਕਹਿੰਦੇ ਜੋ ਕਰਤਾਰ ਕਰਦਾ ਸੋ ਭਲਾ ਕਰਦਾ। ਕਲਿਆਣ ਚੰਦ ਜੀ ਮੋਹ ਦੀਆਂ ਤੰਦਾਂ ਛੱਡੋ, ਪਹਿਲਾਂ ਆਪਣੇ ਪੁੱਤ ਨੂੰ ਸਮਝੋ। ਪਿਤਾ ਨੂੰ ਇਸ ਗੱਲ ਦਾ ਗੁੱਸਾ ਜਦ ਵੀ ਆਵਾਂ ਉਹਦੀ, ਕਹਿੰਦੇ ਆਪਣੇ ਪੁੱਤ ਨੂੰ ਪਛਾਣ, ਆਪਣੇ ਪੁੱਤ ਨੂੰ ਪਛਾਣ। ਵੀ ਲੈ ਦੱਸ ਮੈਥੋਂ ਵੱਧ ਕੌਣ ਜਾਣਦਾ? ਬਾਪੂ ਤੇ ਇਹੀ ਕਹਿੰਦਾ ਨਾ, ਤੁਹਾਡਾ ਧੀ ਪੁੱਤ ਬੰਦਗੀ ਕਰੇ, ਨਾਮ ਜਪੇ, ਲੋਕੀ ਕਹਿਣ ਜੀ ਤੁਹਾਡੇ ਬੱਚੇ ਤੇ ਬੜੀ ਕਿਰਪਾ। ਕੋਈ ਪਿੰਡ ਵਾਲਾ ਹੋਵੇ ਬਾਪੂ, ਮੇਰੇ ਬਾਪੂ ਵਰਗਾ, ਉਹ ਕਹਿੰਦਾ ਰਹਿਣ ਦੇ, ਮੈਨੂੰ ਇਹਦੀਆਂ ਕਰਤੂਤਾਂ ਦਾ ਪਤਾ ਕਰਦਾ ਕਿ ਵੱਡਾ ਇੱਕ ਗਿਆਨੀ ਬਣਿਆ ਫਿਰਦਾ। ਬਜ਼ੁਰਗਾਂ ਦਾ ਤੇ ਆਹੀ ਹਾਲ ਆ ਨਾ। ਉਹ ਸ਼ਹਿਰਾਂ ਵਾਲੇ ਹੁੰਦੇ ਆ ਜਿਹੜੇ ਪਰਦੇ ਜੇ ਪਾ ਕੇ, ਨਾ 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 ਸਾਡਾ ਬੇਟਾ ਹੀ ਹੈ ਜੀ, ਇਹਦੇ ਵਰਗਾ ਨਹੀਂ ਕੋਈ ਹੋ ਸਕਦਾ। ਤੇ ਮੁੜ ਕੇ ਜਦੋਂ ਕੋਟ ਫਿਰਦਾ, ਕਹਿੰਦੇ ਹੁਣ ਕੀ ਹੋ ਗਿਆ? ਬਸ ਜੀ ਕੀ ਕਹੀਏ, ਬੱਚੇ ਬੱਚੀਆਂ 'ਚ ਰਹਿ ਕੇ ਵਿਗੜ ਬੁਗੜ ਜਾਂਦੇ ਆ। ਉਦਣ ਤੇ ਕਹਿੰਦਾ ਸੀ ਸਾਡਾ ਬੇਟਾ, ਹੁਣ ਕੀ ਹੋ ਗਿਆ? ਫਰਕ ਪੈ ਜਾਂਦਾ ਹੈ। ਪਿਤਾ ਜੀ ਕਹਿੰਦੇ ਮੈਂ ਹੁਣ ਕੀ ਕਰਾਂ? ਉਹ ਰਾਏ ਬੁਲਾਰ ਸਾਹਿਬ ਕਹਿੰਦੇ ਤੂੰ ਕੁਛ ਨਹੀਂ ਕਰਨਾ,
ਜੋ ਰੱਬ ਕਰਦਾ ਹੈ, ਕਰਤਾਰ ਕਰਦਾ ਹੈ, ਸਭ ਲਈ ਭਲਾ ਕਰਦਾ ਏ। ਧਰ ਧਿਆਨ ਲਿਓ ਔਰ ਤਾਂ ਛਿਨ ਮੈਂ, ਸੁਠ ਧਰੂਵ ਕਿਉ ਨਿਸਬਾਸਰ ਸੋਈ। ਤੇ ਉਸ ਵੇਲੇ ਇੱਕੋ ਬਚਨ ਆਖੇ, ਕਹਿੰਦੇ ਆਪਣੇ ਪੁੱਤਰ ਨੂੰ ਸਮਝੋ, ਆਪਣੇ ਪੁੱਤ ਦਾ ਧਿਆਨ ਧਰੋ, ਉਹਨੂੰ ਮੱਥਾ ਟੇਕੋ, ਉਹਨੂੰ ਜਾਣੋ। ਬਾਪੂ ਜੀ ਉੱਠ ਪਏ, ਕਹਿੰਦੇ ਆਹ ਕੁਛ ਨਹੀਂ ਹੁੰਦਾ, ਆਖੋ ਸਤਨਾਮ। ਸਿੱਧਾ ਦੱਸੋ ਵੀ ਉਹਨੇ ਰੋਕਣਾ ਜਾਂ ਨਹੀਂ ਰੋਕਣਾ, ਕਿਹੜੇ ਕੰਮੀ ਲਾਇਆ ਤੁਸੀਂ ਮੈਨੂੰ? ਪਰ ਉਹ ਕਹਿੰਦੇ ਇੱਕ ਦਿਨ ਤੁਹਾਨੂੰ ਮੰਨਣਾ ਪੈਣਾ ਹੈ, ਸੱਚ ਨੂੰ ਕਬੂਲਣਾ ਪੈਣਾ ਏ। ਤੋਹਰਾ ਕਾਲੂ ਲਾਲੂ ਰਾਏ ਨੇ ਸਮਝਾਏ ਬੋ ਭਾਂਤ, ਸ਼੍ਰੀ ਨਾਨਕ ਪੂਰਨ ਪੁਰਖ ਪਰਮੇਸ਼ਵਰ ਬਖਿਆਏ ਤੋ। ਆਖਰਕਾਰ ਬੜੇ ਠਰਮੇ ਦੇ ਨਾਲ ਰਾਏ ਬੁਲਾਰ ਜੀ ਕਹਿੰਦੇ, ਵੇਖੋ ਕਲਿਆਣ ਚੰਦ ਜੀ, ਗੱਲਾਂ ਬਹੁਤ ਹੋ ਜਾਂਦੀਆਂ ਨੇ, ਬਹੁਤ ਕੁਝ ਆਪਾਂ ਸੁਣਿਆ, ਵੇਖਿਆ, ਕਿਹਾ, ਪਰ ਅੱਜ ਮੈਂ ਤੁਹਾਨੂੰ ਸੱਚ ਕਹਿ ਰਿਹਾ ਪਿੱਠ ਪਿੱਛੋਂ। ਗੁਰੂ ਨਾਨਕ ਸਾਹਿਬ ਮਹਾਰਾਜ ਆਪ ਪਰਮੇਸ਼ਰ ਨੇ, ਪਰਮਾਤਮਾ ਨੇ। ਪੁੱਤ ਵਾਲਾ ਮੋਹ ਇੱਕ ਪਾਸੇ ਕੱਢ ਕੇ ਵੇਖੋ, ਵੇਖੋ ਤੁਹਾਡੇ ਪੁੱਤ ਵਰਗਾ ਕੋਈ ਹੋਰ ਹੈ ਇਲਾਕੇ 'ਚ? ਪਛਾਣੋ ਤੇ ਸਹੀ। ਅਜੇ ਵੀ ਪਿਤਾ ਦਾ ਮਨ ਨਹੀਂ ਮੰਨਦਾ। ਪਰ ਉਹ ਫਿਰ ਲਾਲ ਚੰਦ ਜੀ ਨੂੰ ਸਮਝਾਉਂਦੇ ਆ, ਲਾਲੂ ਜੀ ਨੂੰ, ਕਹਿੰਦੇ ਤੁਸੀਂ ਭਾਗਾਂ ਵਾਲੇ ਹੋ, ਮੈਂ ਰਾਜਾ ਹੋ ਕੇ ਤੁਹਾਡਾ ਸਤਿਕਾਰ ਕਿਉਂ ਕਰਦਾ? ਮੈਂ ਤੁਹਾਡੇ ਚਰਨੀ ਹੱਥ ਲਾਉਣ ਤੱਕ ਕਿਉਂ ਜਾਣਾ? ਮੈਨੂੰ ਪਤਾ ਹੈ ਤੁਹਾਡੇ ਘਰ ਵਿੱਚ ਅਵਤਾਰ ਧਾਰਨ ਕਰਨ ਵਾਲਾ ਕੌਣ ਹੈ। ਇਹ ਉਸੇ ਦੀ ਖੇਡ ਆ, ਤੁਸੀਂ ਪਛਾਣ ਨਹੀਂ ਸਕੇ, ਆਖੋ ਸਤਨਾਮ। ਤੇ ਮਾਂ ਤ੍ਰਿਪਤਾ, ਕਿਉਂਕਿ ਭੈਣਾਂ ਬੀਬੀਆਂ ਦੇ ਦਿਲ ਬੜੇ ਨਰਮ ਹੁੰਦੇ ਆ, ਇਸੇ ਕਰਕੇ ਨਾ ਇਹ ਛੇਤੀ ਹਰੇਕ ਤੇ ਭਰੋਸਾ ਕਰ ਲੈਂਦੀਆਂ। ਕੋਈ ਮਾਰਕੀਟ 'ਚ ਨਵਾਂ ਬਾਬਾ ਆ ਜੇ, ਮਾਫ ਕਰਿਓ, ਸਭ ਤੋਂ ਪਹਿਲਾਂ ਇਹਨਾਂ ਨੂੰ ਪਤਾ ਹੁੰਦਾ ਵੀ ਕਿਹੜਾ ਬਾਬਾ ਕਿੱਥੇ ਰਹਿਣ ਵਾਲਾ ਹੈ। ਅਮੀਰ ਵੀ ਇਹਨਾਂ ਦੀ ਕਿਰਪਾ ਨਾਲ ਹੀ ਹੁੰਦਾ ਬਾਬਾ, ਫਿਰਦਾ ਸਾਈਕਲ ਤੇ ਹੁੰਦਾ ਹੈ। ਜਦੋਂ ਬੀਬੀਆਂ ਮੱਥੇ ਟੇਕਦੀਆਂ ਨੇ, ਸਿਫਤਾਂ ਕਰਦੀਆਂ, ਘਰ ਵਾਲੇ ਨੂੰ ਫਿਰ ਜਾਣਾ ਹੀ ਪੈਂਦਾ ਜੀ, ਹੋਮ ਮਿਨਿਸਟਰ ਤੋਂ ਡਰਦੇ ਆ, ਚਲੋ ਫਲਾਣੇ ਬਾਬਾ ਜੀ ਕੋਲ ਜਾਣਾ ਹੈ, ਅਗਲਾ ਜਾਂਦਾ ਹੈ। ਮੱਥੇ ਟੇਕਦੇ ਬਾਬੇ ਅਮੀਰ ਹੋ ਜਾਂਦੇ, ਫਿਰ ਉਹ ਰੇਂਜ ਰੋਵਰਾਂ ਤੇ ਫਿਰਦੇ ਆ, ਹੌਲੀ ਹੌਲੀ ਜਹਾਜ਼ ਚੜ੍ਹ ਜਾਂਦੇ, ਬਾਹਰ ਲੰਘ ਜਾਂਦੇ, ਇੱਥੇ ਫਿਰ ਭਗਤ ਕੰਧਾਂ 'ਚ ਵੱਜਦੇ ਫਿਰਦੇ ਆ। ਬੀਬੀਆਂ ਦੀ ਕਿਰਪਾ ਨਾਲ ਬਾਬਿਆਂ ਦੇ ਕਾਰੋਬਾਰ ਅੱਜ ਵੀ ਚੱਲਦੇ ਆ, ਕੌੜਾ ਸੱਚ ਹੈ। ਕਿਉਂਕਿ ਇਹ ਹਰੇਕ ਵੈਦ ਹਕੀਮ ਡਾਕਟਰ ਤੇ ਭਰੋਸਾ ਕਰਦੀਆਂ। ਐਡਾਂ ਕਿਉਂ ਚੱਲਦੀਆਂ ਨੇ ਜੀ? ਮੈਂ ਕਹਿੰਦਾ ਜਿੰਨੀਆਂ ਐਡਾਂ ਨੇ ਬੀਬੀਆਂ ਨੂੰ ਪਾਸੇ ਕਰਕੇ ਬੰਦਿਆਂ ਦੇ ਫੋਨ ਤੇ ਚਲਾ ਦਿਓ, ਜੇ ਕੰਪਨੀਆਂ ਦੇ ਦਿਵਾਲੇ ਨਾ ਨਿਕਲ ਗਏ, ਲੈਂਦੇ ਹੀ ਨਹੀਂ ਕੁਛ, ਵੇਖ ਬੂਕ ਕੇ ਕਹਿੰਦੇ ਛੱਡ ਯਾਰ ਉੱਥੇ ਸਸਤਾ ਮਿਲਦਾ, ਫਲਾਣੇ ਨੇ ਕਿਹਾ ਆਹ ਸਾਬਣ ਨਾਲ ਕਿਉਂ ਨਹਾਉਣ ਵਾਲਾ, ਸਾਡਾ ਦੇਸੀ ਸਾਬਣ ਵਧੀਆ। ਤੇ ਭੈਣਾ ਇਹ ਮੈਂ ਗੋਰੀ ਹੋ ਜਾਣਾ, ਵੇਖੋ ਫਲਾਣਾ ਸਾਬਣ ਆ ਗਿਆ, ਉਹ ਸਾਬਣਾਂ ਨਾਲ ਕਦੇ ਕੋਈ ਗੋਰਾ ਹੋਇਆ? ਜੇ ਸਾਬਣਾਂ ਨਾਲ ਗੋਰਾ ਹੋਇਆ ਹੁੰਦਾ ਤੇ ਪਾਰਲਰ ਕਿਉਂ ਚੱਲਦੇ? ਸਭ ਤੋਂ ਵੱਧ ਖਰਚੇ ਵੀ ਇਹਨਾਂ ਦੇ ਆ, ਸਭ ਤੋਂ ਵੱਧ ਰੌਲੇ ਇਹਨਾਂ ਦੇ ਹੀ ਆ। ਧਰਮ ਦੀ ਦੁਨੀਆ ਤੇ ਵੇਖੋ ਇਹਨਾਂ ਦੀ ਕਿਰਪਾ ਨਾਲ ਚੱਲਦੇ, ਵੱਡੇ ਵੱਡੇ ਡੇਰੇ ਚੱਲਦੇ ਆ ਨਾ। ਕਿੱਥੇ ਚੱਲੇ ਹੋ ਭੈਣ ਜੀ? ਅੱਜ ਮੱਸਿਆ ਜੀ ਚੌਂਕੀ ਭਰਨ ਚੱਲੇ ਬਾਬਾ ਜੀ ਦੀ, ਜਾਂਦੇ ਆ ਜੀ, ਕੋਈ ਸ਼ੱਕ ਨਹੀਂ ਹੈ। ਕਿਉਂ? ਸ਼ਰਧਾ ਹੈ ਪਰ ਸਮਝ ਨਹੀਂ ਹੈ। ਤੇ ਜਿੱਦਣ ਇਸ ਸ਼ਰਧਾ ਨਾਲ ਸਮਝ ਆ ਗਈ, ਫਿਰ ਇਹੀ ਭੈਣਾਂ ਨੇ ਮਾਈ ਭਾਗੋ ਦੀਆਂ ਵਾਰਸਾਂ ਬਣਦੀਆਂ ਨੇ। ਇਹੀ ਨੇ ਉਹ ਉੱਠ ਕੇ ਫਿਰ ਚੰਡੀ ਬਣ ਜਾਂਦੀਆਂ, ਪਰਵਾਹ ਨਹੀਂ ਕਿਸੇ ਦੀ ਕਰਦੀਆਂ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਵੀ ਕਰਦੀਆਂ, ਪੁੱਤਾਂ ਦੇ ਹਾਰ ਵੀ ਗਲਾਂ 'ਚ ਪਵਾ ਲੈਂਦੀਆਂ ਨੇ। ਪਰ ਜਦੋਂ ਤੱਕ ਸਮਝ ਨਹੀਂ, ਕੱਲੀ ਸ਼ਰਧਾ ਅੰਧ ਵਿਸ਼ਵਾਸ ਆ ਨਾ, ਉਦੋਂ ਤੱਕ ਇਹਨਾਂ ਦੀ ਕਿਰਪਾ ਨਾਲ ਕਿੰਨੇ ਡੇਰੇ ਚੱਲਦੇ ਪੰਜਾਬ 'ਚ, ਹਰਿਆਣੇ 'ਚ, ਸਾਰੇ ਕਿਤੇ ਚੱਲਦੇ ਆ ਨਾ ਜੀ। ਸਭ ਇਹਨਾਂ ਦੀ ਮਿਹਰਬਾਨੀ ਹੈ। ਜਿੱਦਣ ਇਹਨਾਂ ਨੇ ਪ੍ਰਣ ਕਰ ਲਿਆ ਵੀ ਅੱਜ ਤੋਂ ਕਿਸੇ ਡੇਰੇ ਤੇ ਨਹੀਂ ਜਾਣਾ, ਮੈਂ ਕਹਿੰਦਾ ਜਿਵੇਂ ਰਿਲਾਇੰਸ ਵਾਲੇ ਪੈਟਰੋਲ ਪੰਪ ਛੱਡ ਕੇ ਭੱਜੇ ਸੀ ਨਾ ਪਿੱਛੇ ਜੇ 10 ਕੁ ਸਾਲ ਪਹਿਲਾਂ, ਪੈ ਗਈਆਂ ਸੀ ਨਾ ਬੋਰੀਆਂ ਜੀ ਉਹਨਾਂ ਤੇ, ਲੋਕਾਂ ਤੇਲ ਖਰੀਦਣਾ ਬੰਦ ਕਰਤਾ, ਅਗਲੇ ਬੰਦ ਕਰ ਗਏ। ਜਿੱਦਣ ਤੁਸੀਂ ਜਾਣਾ ਬੰਦ ਕਰਤਾ, ਲੈ ਬਾਬੇ ਦੀ ਕੀ ਮਜਾਲ ਆ, ਕੋਈ ਡੇਰਾ ਖੋਲ੍ਹ ਕੇ ਬਹਿ ਜੇ, ਲੱਭਣਾ ਹੀ ਨਹੀਂ, ਜਦੋਂ ਪ੍ਰੋਡਕਟ ਵਿਕਣਾ ਹੀ ਕੋਈ ਨਹੀਂ। ਸਭ ਤੋਂ ਵੱਧ ਐਡ ਕਿਹੜੀ ਹੈ? ਤੁਸੀਂ ਕੋਈ ਚੀਜ਼ ਖਰੀਦੋ, ਸਾਬਣ ਤੋਂ ਲੈ ਕੇ ਹਰ ਚੀਜ਼ ਤੇ ਉੱਤੇ ਔਰਤ ਦੀ ਫੋਟੋ ਹੋਊਗੀ, ਲੜਕੀਆਂ ਦੀ ਤਸਵੀਰ ਹੋਊਗੀ, ਆਕਰਸ਼ਿਤ ਕਰਨ ਵਾਸਤੇ। ਵੇਚਣ ਦਾ ਨਜ਼ਰੀਆ ਹੈ, ਉਹਨਾਂ ਨੂੰ ਸਾਈਕੀ ਦਾ ਪਤਾ ਕੀ ਹੈ। ਉਸ ਵੇਲੇ ਰਾਏ ਬੁਲਾਰ ਸਭ ਸਿੱਧਾ ਆਖਣ ਲੱਗੇ, ਕਹਿੰਦੇ ਵੇਖੋ ਤੁਸੀਂ ਨਹੀਂ ਸਮਝ ਸਕਦੇ, ਤੁਹਾਡੇ ਧਰਮ ਪਤਨੀ ਸਮਝ ਸਕਦੇ ਆ। ਜਿੱਥੇ ਭੈਣਾਂ 'ਚ ਸ਼ਰਧਾ ਨਾ ਜੀ, ਤੇ ਜੇ ਇਹਨਾਂ ਭੈਣਾਂ ਬੀਬੀਆਂ ਦੀ ਸ਼ਰਧਾ ਕਿਤੇ ਚੰਗੇ ਪਾਸੇ ਲੱਗ ਜੇ, ਰੱਬ ਨੂੰ ਪ੍ਰਗਟ ਕਰ ਲੈਂਦੀਆਂ ਨੇ। ਆਖੋ ਸਤਨਾਮ। ਕੀਤਾ ਪਰਮਾਤਮਾ ਨੂੰ ਪ੍ਰਗਟ। ਬੜੀਆਂ ਭੈਣਾਂ ਨੇ। ਮਾਈ ਦੇਸਾਂ ਕੌਣ ਸੀ? ਪੜ੍ਹਿਓ ਇਤਿਹਾਸ ਜਰਾ। ਉਹ ਕਿੰਨੀਆਂ ਬੀਬੀਆਂ ਸੀ ਗੁਰੂ ਸਾਹਿਬ ਦੇ ਸਮੇਂ, ਜਿਨ੍ਹਾਂ ਦੀ ਬੰਦਗੀ ਤੋਂ ਪ੍ਰਸੰਨ ਹੋ ਕੇ ਸੱਚੇ ਪਾਤਸ਼ਾਹ ਨੰਗੇ ਪੈਰ ਜਾਂਦੇ ਰਹੇ। ਕਿੰਨਾ ਪ੍ਰੇਮ ਸੀ ਉਹਨਾਂ ਦੇ ਅੰਦਰ। ਕਿਉਂਕਿ ਪ੍ਰੇਮ ਦੀ ਤਾਰ ਜਦੋਂ ਸਿੱਧੀ ਰੱਬ ਨਾਲ ਜੁੜ ਜੇ ਤੇ ਇਹਨਾਂ ਵਰਗਾ ਚੰਗਾ ਕੋਈ ਨਹੀਂ। ਤੇ ਜਿੱਦਣ ਰੱਬ ਨੂੰ ਛੱਡ ਕੇ ਇੱਧਰ ਉੱਧਰ ਸ਼ਰਧਾ ਬਣਾਈ ਫਿਰਦੀਆਂ, ਤੇ ਫਿਰ ਇਹ ਆਪ ਵੀ ਦੁਖੀ ਤੇ ਪਰਿਵਾਰ ਵੀ ਦੁਖੀ ਹੁੰਦਾ ਹੈ। ਇਹ ਕੌੜੀਆਂ ਗੱਲਾਂ ਨੇ।
ਹੁਣ ਮਾਤਾ ਜੀ ਕੋਲ ਬੈਠੇ ਸੀ, ਰਾਏ ਬੁਲਾਰ ਸਾਹਿਬ ਕਹਿੰਦੇ ਬੇਟਾ, ਕਿਉਂਕਿ ਵੱਡੀ ਉਮਰ ਦੇ ਆ, ਤੁਸੀਂ ਪਛਾਣ ਕੇ ਵੇਖੋ ਤੁਹਾਡੇ ਪੁੱਤਰ ਕੀ ਨੇ। ਮਾਂ ਤ੍ਰਿਪਤਾ ਨੇ ਜਦੋਂ ਇਹ ਬਚਨ ਸੁਣੇ, ਨੇਤਰ ਭਰ ਆਏ, ਅੱਖਾਂ ਸਾਹਮਣੇ ਤਸਵੀਰ ਆ ਗਈ। ਉਹ ਜਿੱਦਣ ਬਚਪਨ ਵਿੱਚ ਸਤਿਗੁਰ ਜੀ ਮਾਤਾ ਦੇ ਨਾਲ ਪਲੰਘੇ ਤੇ ਪਏ ਆ ਨਾ, ਦੇਵੀ ਦੇਵਤੇ ਚਰਨ ਧੋ ਰਹੇ ਆ, ਸਾਰੇ ਕਮਰੇ 'ਚ ਖੁਸ਼ਬੂ ਚੰਦਨ ਦੀ ਆ ਰਹੀ ਹੈ। ਐਡੀ ਸ਼ਰਧਾ ਜਾਗੀ, ਇੰਨਾ ਮਨ ਬਦਲਿਆ, ਇੱਕਦਮ ਹੋਇਆ ਵੀ ਸੱਚੀ ਮੇਰਾ ਪੁੱਤ ਕੋਈ ਖਾਸਮ ਖਾਸ ਹੈ। ਆਖੋ ਸਤਨਾਮ, ਕੋਈ ਰੂਹਾਨੀ ਨੂਰ ਹੈ। ਪਿਤਾ ਜੀ ਨਹੀਂ ਸਮਝ ਸਕੇ। ਮੈਂ ਪਹਿਲਾਂ ਕਿਹਾ ਹੈ ਵੀ ਬੰਦਿਆਂ ਦੀ ਸ਼ਰਧਾ 40% ਹੈ ਤੇ ਬੀਬੀਆਂ ਦੀ 60% ਹੈ। ਅੱਜ ਦਾ ਮਨੋਵਿਗਿਆਨ ਇਹ ਮੰਨ ਰਿਹਾ ਹੈ। ਵਿਸ਼ਵਾਸ ਤੇ ਭਰੋਸਾ ਸਭ ਤੋਂ ਵੱਧ ਭੈਣਾਂ ਕਰਦੀਆਂ, ਬੰਦੇ ਥੋੜਾ ਕਰਦੇ ਆ। ਬੰਦੇ ਦੇ ਕਿਤੇ ਡੇਰੇ ਕੋਲ ਜਾਓ, ਵੇਖੀ ਜਾਂਦੇ ਉਹ ਬਾਬੇ ਦਾ ਚੇਲਾ ਕਿੱਧਰ ਤੁਰਿਆ ਫਿਰਦਾ, ਉਹ ਕੀ ਕਰਦਾ। ਭੈਣਾ ਨਾ 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 ਨਾ, ਬਾਬਾ ਜੀ ਨੇ ਇੱਥੇ ਨਹੀਂ ਮਲਦਾ ਸੋਚਣਾ। ਵੇਖੋ ਜੀ, ਤੁਸੀਂ ਕੁਝ ਗਲਤ ਨਾ ਸੋਚ ਲਿਓ, ਦਿਲਾਂ ਦੀਆਂ ਜਾਣਦੇ ਨੇ। ਅਗਲੇ ਨੂੰ ਪਤਾ ਹੁੰਦਾ ਹੈ ਵੀ ਇੱਥੇ ਮਿਲਣਾ ਮੁਲਣਾ ਕੱਖ ਨਹੀਂ, ਕਿਰਾਇਆ ਲੱਗਣਾ ਸਾਡਾ। ਆਖੋ ਸਤਨਾਮ, ਪੱਟੀ ਚੱਲੋ। ਇਹੀ ਚੱਲਦਾ ਅੱਜ। ਇਸੇ ਕਰਕੇ ਭਾਰਤ ਦੇਸ਼ ਮਹਾਨ ਹੈ, ਅੰਧ ਵਿਸ਼ਵਾਸ 'ਚ ਡੁੱਬੇ ਫਿਰਦੇ ਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਮਾਤਾ ਜੀ ਐਡੇ ਭਾਗਾਂ ਵਾਲੇ ਆ, ਉਹਨਾਂ ਨੇ ਆਪਣੇ ਪੁੱਤ ਨੂੰ ਪਛਾਣ ਲਿਆ। ਵੇਖੋ ਇੱਕ ਸਾਈਕੀ ਕਿੱਡੀ ਗਹਿਰੀ ਹੈ। ਤੇ ਜੇ ਹੁੰਦੀ ਦੁਨਿਆਵੀ ਮਾਂ ਹੁੰਦੀ, ਉਹਨੇ ਥੋੜੀ ਦੇਰ 'ਚ ਮੋਹ 'ਚ ਆਉਣਾ ਸੀ, ਪਹਿਲਾਂ ਸਿਫਤ ਕਰਨੀ ਸੀ, ਮੁੜ ਕੇ ਫਿਰ ਦੂਜੇ ਪਾਸੇ ਬੰਦਾ ਚੰਗਾ ਬੋਲਣਾ ਸੀ। ਸੁਰਤ ਜਾਗਣੀ ਸ਼ੁਰੂ ਹੋ ਗਈ। ਮੈਂ ਪਹਿਲਾਂ ਕਿਹਾ ਹੈ ਵੀ ਭੈਣਾਂ ਵਿੱਚ ਸ਼ਰਧਾ ਬਹੁਤ ਹੈ, ਪਰ ਜੇ ਸ਼ਰਧਾ ਸੱਚੇ ਰੱਬ ਵੱਲ ਜਾਗ ਜੇ ਨਾ, ਤੇ ਇੰਨੀ ਛੇਤੀ ਬੰਦਿਆਂ ਨੂੰ ਰੱਬ ਨਹੀਂ ਮਿਲਦਾ ਜਿੰਨੀ ਛੇਤੀ ਇਹਨਾਂ ਨੂੰ ਮਿਲ ਜਾਂਦਾ ਹੈ। ਪਰ ਜੇ ਸਹੀ ਟਰੈਕ ਤੇ ਹੋਣ, ਜੇ ਬਾਣੀ ਦੀ ਵਿਚਾਰ ਸਹੀ ਕਰ ਲੈਣ, ਸਮਝ ਸਹੀ ਆ ਜੇ। ਹੁਣ ਮਾਤਾ ਤ੍ਰਿਪਤਾ ਜੀ ਆਪਣੇ ਪਤੀ ਦੇ ਨਾਲੋਂ ਜ਼ਿਆਦਾ ਸੂਝਵਾਨ ਨੇ, ਸਿਆਣੇ ਨੇ, ਕਿਉਂਕਿ ਹਰ ਮਾਂ ਆਪਣੇ ਪੁੱਤ ਦੇ ਤੇ ਬੱਚੇ ਦੇ ਕਰੀਬ ਜ਼ਿਆਦਾ ਹੁੰਦੀ ਹੈ। ਪਿਤਾ ਇੰਨਾ ਨਹੀਂ ਹੁੰਦਾ, ਕਿਉਂਕਿ ਮਾਂ ਨੇ ਪੇਟ ਵਿੱਚ ਵੀ ਰੱਖਿਆ ਹੁੰਦਾ ਹੈ, ਮਾਂ ਨੇ ਦੁੱਧ ਵੀ ਪਿਲਾਇਆ ਹੋਇਆ, ਮਾਂ ਨੇ ਗੋਦ ਵਿੱਚ ਵੀ ਰੱਖਿਆ ਹੈ, ਰਾਤ ਨੂੰ ਨਾਲ ਵੀ ਸੁੱਤੀ ਰਹੀ ਹੈ ਬੱਚੇ ਦੇ। ਤੇ ਮਾਂ ਵੱਧ ਜਾਣਦੀ ਜਾਂ ਪਿਓ ਜਾਣਦਾ ਹੈ? ਮਾਤਾ ਜੀ ਨੇ ਜਾਣਿਆ ਵੀ ਰਾਏ ਬੁਲਾਰ ਸਾਹਿਬ ਦੇ ਬਚਨ ਬਿਲਕੁਲ ਸੱਚੇ ਆ। ਮੇਰਾ ਪੁੱਤ ਆਮ ਨਹੀਂ, ਨਾ ਸਾਡੇ ਰੋਕਿਆ ਇਹਨੇ ਰੁਕਣਾ ਏ। ਉਹਨਾਂ ਵੱਡੇ ਪੂਰਵ ਜਨਮ ਕੀਨੇ ਤੁਮਨੇ ਕੋਏ, ਜਿਸ ਫਲ ਤੇ ਅਸ ਸੁਤ ਭਇਓ, ਸਹਜੇ ਸ਼ੁਭਗਤ ਹੋਏ। ਰਾਏ ਸਾਹਿਬ ਆਖਣ ਲੱਗੇ, ਮੈਂ ਹੱਥ ਜੋੜ ਤੁਹਾਨੂੰ ਬਾਰੰਬਾਰ ਬੰਦਨਾ ਕਰਦਾ, ਐ ਜਨਨੀ ਤੂੰ ਭਾਗਾਂ ਵਾਲੀ ਐ, ਜਿਹਨੇ ਐਸਾ ਮਹਾਨ ਸੂਰਬੀਰ ਪੁੱਤ ਜੰਮਿਆ ਜੋ ਆਪ ਸਾਖਸ਼ਾਤ ਪਰਮਾਤਮਾ ਹੈ। ਸਤਿਗੁਰਾਂ ਦੇ ਚਾਚਾ ਜੀ ਤੇ ਮਾਤਾ ਜੀ ਨੇ ਜਦੋਂ ਬਚਨ ਸੁਣੇ, ਸੱਚਮੁੱਚ ਅੰਦਰੋਂ ਪ੍ਰੇਮ ਗੁਰੂ ਨਾਨਕ ਸਾਹਿਬ ਨਾਲ ਜਾਗਣ ਲੱਗਿਆ। ਪਰ ਬਾਪੂ ਜੀ ਨੂੰ ਅਜੇ ਵੀ ਕੋਈ ਫਰਕ ਨਹੀਂ। ਆਖੋ ਸਤਨਾਮ। ਉਹਨਾਂ ਅੰਦਰ ਅਰਦਾਸ ਕੀਤੀ, ਮਹਾਰਾਜ ਇਹਨਾਂ ਨੂੰ ਤੁਸੀਂ ਉਹ ਸਮਝਾਓਗੇ, ਆਪਣੇ ਵੱਸ ਦਾ ਕੰਮ ਨਹੀਂ ਹੈ। ਅੰਦਰੋਂ ਅਰਦਾਸ ਕਰਦੇ ਰਾਏ ਬੁਲਾਰ ਸਾਹਿਬ, ਪਰ ਮਾਤਾ ਜੀ ਨੂੰ ਸਮਝਾਇਆ ਵੀ ਤੁਸੀਂ ਜਾਂਦਿਆਂ ਰੋਕਣਾ ਨਹੀਂ। ਠੀਕ ਹੈ, ਹਰ ਮਾਂ ਨੂੰ ਆਪਣੇ ਧੀ ਪੁੱਤ ਨਾਲ ਲਗਾਵ ਹੁੰਦਾ ਹੈ, ਬੰਦਿਆਂ ਤੋਂ ਵੱਧ ਔਰਤਾਂ ਨੂੰ ਆਪਣੇ ਬੱਚਿਆਂ ਦਾ ਦੁੱਖ ਹੁੰਦਾ ਹੈ। ਕੋਈ ਗੱਲ ਨਹੀਂ, ਇਹ ਦੁਨਿਆਵੀ ਗੱਲ ਹੈ, ਤੁਸੀਂ ਰੋਕੋ ਨਾ ਉਹਨਾਂ ਨੂੰ। ਜਿੱਥੇ ਜਾ ਰਹੇ ਨੇ ਜਾਣ ਦਿਓ। ਇੱਕ ਸੋਚੋ ਜੀ, ਮਾਂ ਲਈ ਕਿੱਡਾ ਵੱਡਾ ਔਖਾ ਕੰਮ ਹੈ ਵੀ ਪੁੱਤ ਉਸ ਦੇਸ਼ ਚੱਲਿਆ ਜਿਸ ਦੇਸ਼ ਦਾ ਹੀ ਨਹੀਂ ਪਤਾ, ਪੁੱਤ ਉਸ ਥਾਂ ਤੇ ਚੱਲਿਆ ਜਿਸ ਇਲਾਕੇ ਦਾ ਨਾਮ ਨਹੀਂ ਪਤਾ, ਸੀਮਾ ਨਹੀਂ ਪਤਾ, ਲੋਕਾਂ ਦਾ ਨਹੀਂ ਪਤਾ, ਆਉਣਾ ਜਾਂ ਨਹੀਂ ਆਉਣਾ ਹੀ ਪਤਾ ਹੀ ਕੱਖ ਨਹੀਂ। ਆਖਰਕਾਰ ਜਦੋਂ ਗੁਰੂ ਸਾਹਿਬ ਜੀ ਦੇ ਪਰਥਾਏ ਸੁਣਾਇਆ, ਮਾਤਾ ਜੀ ਕਹਿੰਦੇ ਠੀਕ ਹੈ ਰਾਜਨ, ਮੈਂ ਕੋਸ਼ਿਸ਼ ਕਰਾਂਗੀ ਆਪਣੇ ਪੁੱਤ ਨੂੰ ਪੁੱਤ ਨਾ ਸਮਝਾਂ। ਆਖੋ ਸਤਨਾਮ। ਇੱਕ ਜੁੜੇ ਹੋਏ ਮਹਾਂਪੁਰਖ ਦੇ ਬਚਨਾਂ ਦਾ ਅਸਰ ਐਸਾ ਹੋਇਆ, ਮਾਂ ਤ੍ਰਿਪਤਾ ਤੇ ਸਤਿਗੁਰਾਂ ਦੇ ਚਾਚਾ ਜੀ ਘਰ ਆ ਗਏ। ਉਹਨਾਂ ਮਰਦ ਨੂੰ ਕੁਛ ਨਹੀਂ ਕਿਹਾ। ਠੀਕ ਹੈ, ਕਿਤੇ ਕਿਤੇ ਮੂੰਹ ਜਾਗਦਾ ਹੈ, ਪਰ ਪਿਤਾ ਜੀ ਉਮੀ ਬਰੰਗ ਚਿੱਠੀ ਵਾਂਗੂ ਉੱਠੇ, ਕਹਿੰਦੇ ਰਾਜਨ ਤੇਰੇ ਵੀ ਵੱਸ ਦਾ ਕੰਮ ਨਹੀਂ। ਘਰ ਨੂੰ ਆ ਗਏ। ਘਰੇ ਆ ਕੇ ਵੇਖਿਆ ਮਰਦ ਚਾਦਰ ਤਾਣ ਕੇ ਆਰਾਮ ਨਾਲ ਇਦਾਂ ਲੱਗੇ ਜਿਵੇਂ ਸੁੱਤੇ ਪਏ ਹੁੰਦੇ ਘੂਕ ਨੀਂਦ 'ਚ। ਸਵੇਰ ਦਾ ਵੇਲਾ ਹੋਇਆ, ਮਰਦ ਉੱਠੇ, ਪਰਿਵਾਰ ਦਾ ਦਿਲ ਘੜੀ ਦੀ ਸੂਈ ਵਾਂਗ ਕੰਬਦਾ ਹੈ ਵੀ ਕਿਤੇ ਇਹ ਨਾ ਹੋਵੇ ਵੀ ਹੁਣੇ ਝੋਲਾ ਚੱਕਣ ਤੇ ਚਲੇ ਜਾਣਾ। ਅੱਗੇ ਕੀ ਹੋਊਗਾ? ਅੱਜ ਤੋਂ ਬਾਅਦ ਜਿਹੜੇ ਪ੍ਰਸੰਗ ਆਰੰਭ ਹੋਣਗੇ ਬੜੇ ਆਨੰਦਮਈ, ਬੜੇ ਰਸਮਈ ਤੇ ਬੜੇ ਡੂੰਘੇ ਹੋਣਗੇ। ਇਸ ਲਈ ਕੋਸ਼ਿਸ਼ ਕਰਿਓ ਸਮੇਂ ਤੋਂ ਪਹਿਲਾਂ ਜੁੜਿਆ ਕਰੋ, ਸਮੇਂ ਤੋਂ ਪਹਿਲਾਂ, ਕਿਉਂਕਿ ਜਦੋਂ ਆਪਾਂ ਸਮੇਂ ਤੋਂ ਪਹਿਲਾਂ ਜੁੜਦੇ ਹਾਂ, ਸੁਣਾਉਣ ਵਾਲੇ ਦਾ ਮਨ ਵੀ ਤਾਂ ਜੁੜਦਾ ਹੈ ਜੇ ਆਵਾਜਾਈ ਬੰਦ ਹੋਵੇ। ਜਦੋਂ ਕੋਈ ਆਉਂਦਾ ਸੁਭਾਵਿਕ ਧਿਆਨ ਉਸ ਪਾਸੇ ਪੈਂਦਾ ਹੈ ਤੇ ਉਹ ਫਿਰ ਮਨ ਖਿੰਡਦਾ ਹੈ, ਤੇ ਜਦੋਂ ਮਨ 'ਚ ਖੜਾ ਹੋਊਗਾ ਤੇ ਫਿਰ ਤੁਹਾਡਾ ਮਨ ਕਿੱਥੋਂ ਜੁੜੂਗਾ? ਕਿਉਂਕਿ ਜਿਹੜੇ ਆਉਣ ਵਾਲੇ ਚੋਜ ਨੇ ਨਾ ਜੀ,
ਉਹ ਇੰਨੇ ਆਨੰਦਮਈ ਹੋਣਗੇ, ਉਹ ਵਾਹਿਗੁਰੂ ਜਾਣਦਾ ਵੀ ਰੰਗ ਕਿੰਨਾ ਤੇ ਰਸ ਕਿੰਨਾ ਹੋਣਾ ਹੈ। ਗੁਰੂ ਨਾਨਕ ਸਾਹਿਬ ਦੀ ਕਥਾ ਤੇ ਐਸੀ ਅੱਗੇ ਅੱਗੇ ਜਾਈ ਜਾਓ, ਸਾਗਰ ਹੈ, ਸਮੁੰਦਰ ਹੈ। ਤੇ ਇੱਕ ਬੇਨਤੀ ਮੇਰੀ ਹੋਰ ਹੈ, ਕਥਾ ਤੋਂ ਪਹਿਲਾਂ ਜਦੋਂ ਕਈ ਵਾਰ ਕੀਰਤਨ ਚੱਲਦਾ ਹੁੰਦਾ ਨਾ, ਪਲੀਜ਼ ਬੋਲਿਆ ਨਾ ਕਰੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਅਸੀਂ ਤੇ ਇਦਾਂ ਬੈਠੇ ਹਾਂ ਜਿੱਦਾਂ ਜੀ ਕਿਤੇ ਤਾਸ਼ ਕੁੱਟਦੇ ਹੁੰਦੇ ਆ। ਬੜੀ ਵਾਰ ਮੈਂ ਬੇਨਤੀ ਕੀਤੀ ਹੈ, ਕੋਸ਼ਿਸ਼ ਕਰਿਆ ਕਰੋ, ਜਿਹਨੇ ਗੱਲਾਂ ਕਰਨੀਆਂ ਹੁੰਦੀਆਂ, ਬਾਹਰ ਦੇਖੋ ਕਿੰਨੀਆਂ ਕੁਰਸੀਆਂ ਲੱਗੀਆਂ, ਪਾਰਕ ਬਣਿਆ ਕਿੰਨਾ ਸੋਹਣਾ, 10 ਮਿੰਟ ਬੈਠੋ, 20 ਮਿੰਟ ਬੈਠੋ, ਕਰੋ ਗੱਲਾਂ। ਪਰ ਜਦੋਂ ਦਰਬਾਰ ਵਿੱਚ ਬੈਠੇ ਹੁੰਦੇ ਹੋ ਨਾ, ਕਥਾ ਵੇਲੇ ਤੇ ਬੜੇ ਹੱਥ ਜੋੜੇ ਹੁੰਦੇ, ਪਤਾ ਨਹੀਂ ਕਿੰਨਾ ਕੁ ਪਿਆਰ ਆ, ਉਹ ਤੋਂ ਪਹਿਲਾਂ ਪਿਆਰ ਕਿੱਥੇ ਹੁੰਦਾ ਹੈ? ਕੋਸ਼ਿਸ਼, ਮੈਂ ਤੁਹਾਡੇ ਵਿੱਚ ਆ, ਕਈ ਵਾਰ ਸਾਡੇ ਵੀ ਦੰਦ ਨਿਕਲਦੇ ਹੁੰਦੇ ਆ, ਸਾਨੂੰ ਵੀ ਸੋਚਣਾ ਚਾਹੀਦਾ ਹੈ, ਪਰ ਕੋਸ਼ਿਸ਼ ਕਰਿਆ ਕਰੋ। ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ 5-7 ਮਿੰਟ ਪਹਿਲਾਂ ਜਦੋਂ ਕੀਰਤਨ ਚੱਲਦਾ ਹੁੰਦਾ, ਕੋਈ ਮਤਲਬ ਦੀ ਜ਼ਰੂਰੀ ਗੱਲ ਹੈ, ਕਰੋ। ਇਹ ਤੇ ਸਾਰੀ ਜ਼ਿੰਦਗੀ ਨਹੀਂ ਮੁੱਕਣੀ ਆ। ਬੇਨਤੀ ਹੈ ਉਸ ਵੇਲੇ ਜਾ ਤੇ ਬਾਣੀ ਸੁਣ ਲਿਆ ਕਰੋ ਜੋ ਚੱਲਦੀ ਹੁੰਦੀ ਹੈ, ਕਿਉਂਕਿ ਜਦੋਂ ਤੁਸੀਂ ਉਹ ਸੁਣੋਗੇ ਨਾ, ਸ਼ਬਦ ਇਸੇ ਲਈ ਲਾਇਆ ਜਾਂਦਾ ਹੈ ਵੀ ਤੁਹਾਡਾ ਅੰਦਰ ਇੱਥੇ ਆ ਜੇ, ਜਿੱਥੇ ਬੈਠੇ ਹੋ ਹਾਜ਼ਰ ਹੋ ਜਾਓ। ਬਾਹਰ ਦੇ ਖਿਆਲ ਤੁਹਾਡੇ ਇੱਥੇ ਸ਼ਬਦ ਨਾਲ ਜੁੜ ਜਾਣ ਤੇ ਫਿਰ ਕਥਾ ਦਾ ਰਸ ਵੱਖਰਾ ਹੋਏਗਾ। ਜਿਵੇਂ ਜਿਵੇਂ ਗੁਰੂ ਸਾਹਿਬ ਕਿਰਪਾ ਕਰਨਗੇ ਜੀ, ਆਨੰਦ ਬਣਦਾ ਜਾਣਾ, ਆਨੰਦ ਆਪ ਵੀ ਮਾਣਿਓ ਤੇ ਅੱਗੇ ਵੀ ਸੰਗਤਾਂ ਨੂੰ ਜੋੜੋ, ਤਾਂ ਜੋ ਹਰ ਕੋਈ ਰਸ ਪ੍ਰਾਪਤ ਕਰ ਸਕੇ।